गुरबाणी कहै सेवक जन मानै। प्रतख गुरु निस्तारे सो कहो टल गुर सेविय। अहनिस सहज सुभाए दर्शन परसय गुरु कै। जन्म मरण दुख जाए सज्जन सच्चा पातशाह। सिर शाहां शाहो जिस पास बैठिया सोहीय। सबना दा वेसाहो। श्री वाहिगुरु साहिब जी। महला पंजवा। जो पाथर को कहते देव ताकि बिरथा होवै सेव। जो पाथर की पाई पाए तिसकी काल अजाई जाए। ठाकुर हमरा सद बोलंता सर्ब जिया को प्रभ दान देता। रहाओ अंतर देओ न जाने अंध। भ्रम का मोहया पावै फंद। ना पाथर बोलै ना किश दे। फोकट कर्म निहफल है सेव। जे मृतक को चंदन चढ़ावै ओस्ते कहो कवन फल पावै। जे मृतक को बिष्टा माहे रुलाई ता मृतक का क्या घट जाए। कहत कबीर हाँ कहो पुकार। समझ देख साकत गावार। दूजे भाए बहुत घर गाले राम भगत है सदा सुखाले। कहत कबीर हाँ कहो पुकार। समझ देख साकत गावार। दूजे भाए बहुत घर गाले राम भगत है सदा सुखाले। वाहिगुरु जी का खालसा वाहिगुरु जी की फतेह। गुरु दर ते हाजिर समूह गुरु खालसा साध संगत जी धनता दे जोग वडभागे हो जो कि अमृत वेले तो गुरु दरबार दियाँ हाजरियाँ भर के गुरु साहिब दियाँ खुशियाँ प्राप्त कर रहे हो। विचार अधीन लड़ीवार शब्द जिसका मूल पाठ आप जी ने सरवण करना किया है।
ਇਸ ਪਾਵਨ ਅੰਮ੍ਰਿਤਮਈ ਸ਼ਬਦ ਦੇ ਵਿਚਾਰ ਆਪ ਨੂੰ ਸਰਵਣ ਕਰਵਾ ਰਹੇ ਹਨ। ਸਿੱਖ ਕੌਮ ਦੇ ਮਹਾਨ ਵਿਦਵਾਨ ਸਿੰਘ ਸਾਹਿਬ ਗਿਆਨੀ ਜਸਬੀਰ ਸਿੰਘ ਜੀ, ਸਾਬਕਾ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ, ਆਓ ਉਹਨਾਂ ਪਾਸੋਂ ਬੜੇ ਪ੍ਰੇਮ ਦੇ ਨਾਲ ਗੁਰੂ ਚਰਨਾਂ ਅੰਦਰ ਜੁੜ ਕੇ ਅੰਮ੍ਰਿਤਮਈ ਸ਼ਬਦ ਦੇ ਵਿਚਾਰ ਸਰਵਣ ਕਰਨਾ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਦਿਨ ਕਲ ਰਾਖੀ ਮੇਰੀ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਾਂ ਦਾ ਸਾਹੋ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵੇਸਾਹੋ। ਸਤਿਗੁਰੂ ਗਰੀਬ ਨਵਾਜ, ਪਤਿਤ ਪਾਵਨ ਭਗਤ ਵਛਲ ਕਿਰਪਾ ਦੇ ਖਜ਼ਾਨੇ, ਜੁਗੋ ਜੁਗ ਅਟਲ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੇ ਹੋਏ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਡਭਾਗੀ ਹੋ। ਸਤਿਗੁਰੂ ਜੀ ਨੇ ਆਪਣੇ ਉੱਪਰ ਮਿਹਰ ਕੀਤੀ ਹੈ ਕਿ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨ ਛੋਹ ਇਤਿਹਾਸਕ ਸਥਾਨ 'ਤੇ ਗੁਰੂ ਕੀ ਬਾਣੀ ਦਾ ਮਨੋਹਰ ਕੀਰਤਨ ਸਰਵਣ ਕੀਤਾ ਹੈ। ਹਾਜ਼ਰੀਆਂ ਭਰ ਰਹੇ ਹੋ, ਦਰਸ਼ਨ ਦੀਦਾਰੇ ਕਰ ਰਹੇ ਹੋ। ਸਤਿਗੁਰੂ ਜੀ ਨੇ ਇਹ ਮਹਾਨ ਬਖਸ਼ਿਸ਼ ਕੀਤੀ ਹੈ। ਅਜਿਹਾ ਸਮਾਂ ਸਤਿਗੁਰੂ ਦੀ ਕਿਰਪਾ ਨਾਲ ਹੀ ਪ੍ਰਾਪਤ ਹੁੰਦਾ ਹੈ। ਅਸੀਂ ਆਪਣਾ ਤਾਲ ਲਾ ਲਈਏ, ਆਪਣੀ ਬੁੱਧ ਵਰਤ ਲਈਏ, ਆਪਣੀਆਂ ਹੋਰ ਕੋਸ਼ਿਸ਼ਾਂ ਕਰ ਲਈਏ, ਪਰ ਜਦੋਂ ਸਤਿਗੁਰੂ ਜੀ ਕਿਰਪਾ ਕਰਦੇ ਨੇ, ਉਦੋਂ ਇਹ ਸਤਸੰਗ ਦੀਆਂ ਘੜੀਆਂ, ਸਤਿਗੁਰੂ ਦੇ ਦਰਸ਼ਨ ਦੀਦਾਰ ਪ੍ਰਾਪਤ ਹੁੰਦੇ ਨੇ। ਇਸ ਲਈ ਬਹੁਤ ਵੱਡਿਆਂ ਭਾਗਾਂ ਵਾਲੇ ਹੋ ਜੋ ਸਤਿਗੁਰੂ ਦੇ ਦਰਬਾਰ ਵਿੱਚ ਪਹੁੰਚ ਕੇ ਮਨ ਬਿਰਤੀਆਂ ਨੂੰ ਪ੍ਰਬੋਧਨ ਵਾਸਤੇ ਸਤਿਗੁਰੂ ਦੇ ਦਰ 'ਤੇ ਅਰਦਾਸਾਂ ਬੇਨਤੀਆਂ ਕਰਨ ਲਈ ਆਏ ਹਾਂ। ਸੋ ਬਹੁਤ ਸਾਰੀਆਂ ਗੁਰੂਕੀਆਂ ਸਿੱਖ ਸੰਗਤਾਂ ਦੇਸ਼ ਔਰ ਵਿਦੇਸ਼ਾਂ ਵਿੱਚ ਬੈਠੇ ਹੋਏ ਟਾਈਮ TV ਚੜ੍ਹਦੀ ਕਲਾ ਦੇ ਉਪਰਾਲੇ ਦਾ ਸਦਕਾ ਵੀ ਇਸ ਗੁਰਮਤਿ ਸਮਾਗਮ ਦਾ ਆਨੰਦ ਮਾਣ ਰਹੇ ਹਨ। ਸੋ ਸਤਿਗੁਰੂ ਜੀ ਨੇ ਜੋ ਰਹਿਮਤ ਬਖਸ਼ਿਸ਼ ਕੀਤੀ ਹੈ, ਲੜੀਵਾਰ ਕਥਾ ਜੋ ਚੱਲ ਰਹੀ ਹੈ, ਸੋ ਸਤਿਗੁਰੂ ਦੀ ਕਿਰਪਾ ਸਦਕਾ ਬਹੁਤ ਚੰਗੇ ਚੰਗੇ ਗੁਰੂ ਕੇ ਪਿਆਰੇ ਵਿਦਵਾਨ ਆ ਕੇ ਇੱਥੇ ਹਾਜ਼ਰੀਆਂ ਭਰਦੇ ਹਨ। ਸੋ ਸਤਿਗੁਰੂ ਜੀ ਦੀ ਰਹਿਮਤ ਸਦਕਾ ਜੋ ਸਾਨੂੰ ਮਹਾਨ ਉਪਦੇਸ਼ ਬਖਸ਼ਿਸ਼ ਕੀਤਾ ਹੈ, ਮਹਾਨ ਗਿਆਨ ਬਖਸ਼ਿਸ਼ ਕੀਤਾ ਹੈ, ਸਾਨੂੰ ਗੁਰੂ ਸ਼ਬਦ ਦੀ ਸੋਝੀ ਬਖਸ਼ਿਸ਼ ਕੀਤੀ ਹੈ, ਮਨੁੱਖਾ ਜਨਮ ਸਫਲਾ ਕਰਨ ਦਾ ਸਾਨੂੰ ਢੰਗ ਮਹਾਰਾਜ ਨੇ ਦੱਸਿਆ ਹੈ। ਬਹੁਤ ਹੀ ਵੱਡਮੁੱਲੀਆਂ ਦਾਤਾਂ ਹਨ ਜੋ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ। ਆਓ ਸਰਬੱਤ ਸੰਗਤ ਇੱਕ ਵਾਰੀ ਫੇਰ ਗੱਜ ਕੇ ਫਤਿਹ ਬੁਲਾਉਣੀ, ਤਾਂ ਕਿ ਆਪਾਂ ਸਤਿਗੁਰੂ ਪਾਤਸ਼ਾਹ ਜੀ ਦਾ ਬਖਸ਼ਿਸ਼ ਕੀਤਾ ਹੋਇਆ ਉਪਦੇਸ਼ ਸਰਵਣ ਕਰ ਸਕੀਏ। ਸਰਬੱਤ ਸੰਗਤ ਗੱਜ ਕੇ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਸਤਿਗੁਰੂ ਜੀ ਜੋ ਕਿਰਪਾ ਕਰਦੇ ਹਨ
ਗੁਰੂ ਸ਼ਬਦ ਨਾਲ ਜੁੜਨ ਦਾ ਯਤਨ ਕਰੀਏ। ਸਤਨਾਮ ਵਾਹਿਗੁਰੂ ਸਾਹਿਬ ਜੀ। ਮਹੱਲਾ ਪੰਜਵਾ। ਜੋ ਪਾਥਰ ਕਉ ਕਹਤੇ ਦੇਵ। ਗੁਰੂ ਰੂਪ ਗੁਰੂ ਖਾਲਸਾ ਜੀ ਸਤਿਗੁਰੂ ਜੀ ਨੇ ਮਹਾਨ ਬਖਸ਼ਿਸ਼ ਕੀਤੀ ਹੈ। ਪੰਚਮ ਪਾਤਸ਼ਾਹ ਜੀ ਸਭ ਤੋਂ ਪਹਿਲਾਂ ਤਾਂ ਇੱਥੇ ਸਾਡੇ ਮਨ ਵਿੱਚ ਕਈ ਵਾਰ ਭੁਲੇਖਾ ਪੈ ਜਾਂਦਾ, ਉਸ ਭੁਲੇਖੇ ਨੂੰ ਦੂਰ ਕਰਦੇ ਨੇ। ਕਈ ਵਾਰ ਅਸੀਂ ਸਮਝਦੇ ਹਾਂ ਕਿ ਇਹ ਭਗਤ ਕਬੀਰ ਸਾਹਿਬ ਦੀ ਬਾਣੀ ਹੈ, ਭਗਤ ਰਵਿਦਾਸ ਸਾਹਿਬ ਦੀ ਬਾਣੀ ਹੈ, ਇਹ ਧੰਨ ਗੁਰੂ ਅਰਜਨ ਸਾਹਿਬ ਜੀ ਦੀ ਬਾਣੀ ਹੈ। ਸਤਿਗੁਰੂ ਜੀ ਇੱਥੇ ਮਹੱਲਾ ਪੰਜਵਾ, ਇਹਦੇ ਤੋਂ ਪਹਿਲਾਂ 11 ਸ਼ਬਦ ਭਗਤ ਕਬੀਰ ਜੀ ਦੇ ਆਏ ਨੇ। ਇਹ 12ਵਾਂ ਸ਼ਬਦ ਹੈ। ਤੁਸੀਂ ਲੜੀ ਵੀ ਦੇਖੋਗੇ ਤਾਂ ਸਤਿਗੁਰੂ ਦੀ ਕਿਰਪਾ ਨਾਲ ਸਤਿਗੁਰੂ ਨੇ ਇਹ ਭੁਲੇਖੇ ਕੱਢੇ ਨੇ ਭਾਈ, ਕਿ ਇਹ ਨਹੀਂ ਸਮਝਣਾ ਕਿ ਭਗਤ ਕਬੀਰ ਦੀ ਬਾਣੀ ਹੋਰ ਹੈ, ਧੰਨ ਗੁਰੂ ਅਰਜਨ ਸਾਹਿਬ ਜੀ ਦੀ ਬਾਣੀ ਹੋਰ ਹੈ, ਧੰਨ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਹੋਰ ਹੈ, ਭਗਤ ਰਵਿਦਾਸ ਸਾਹਿਬ ਦੀ ਬਾਣੀ ਹੋਰ ਹੈ। ਇਹ ਨਹੀਂ ਸਮਝਣਾ। ਇੱਕ ਓੰਕਾਰ ਤੋਂ ਲੈ ਕੇ 18, 10, 20 ਤੱਕ ਸਾਰੀ ਬਾਣੀ ਗੁਰੂ ਕੀ ਬਾਣੀ ਹੈ, ਧੁਰ ਕੀ ਬਾਣੀ ਹੈ। ਅੱਖਰ ਅੱਖਰ ਤੇ ਗੁਰੂ ਭਾਵਨਾ ਰੱਖਣੀ, ਇੱਕ ਵਾਰੀ ਨਹੀਂ। ਸਤਿਗੁਰੂ ਜੀ ਨੇ ਜੇ ਇੱਥੇ ਵੀ ਸਿੱਖ ਭੁਲੇਖਾ ਖਾ ਜਾਵੇ ਵੀ ਸ਼ਾਇਦ ਵਿੱਚ ਆਪਣਾ ਇੱਕ ਸ਼ਬਦ ਪੰਚਮ ਪਾਤਸ਼ਾਹ ਜੀ ਨੇ ਆਪ ਉਚਾਰ ਦਿੱਤਾ ਹੋਵੇਗਾ, ਕਿਉਂਕਿ ਅਸੀਂ ਤੇ ਹੈ ਹੀ ਭੁਲੇਖਿਆਂ ਦੇ ਭਰੇ ਹੋਏ ਨਾ। ਸ਼ਰਧਾ ਵਾਲੇ ਪਾਸੇ ਸਾਡਾ ਮਨ ਘਟ ਜਾਂਦਾ ਤੇ ਦੂਸ਼ਣਬਾਜੀ, ਤਰਕਬਾਜੀ, ਭਰਮ ਭੁਲੇਖੇ, ਕਿਉਂਕਿ ਕੋਈ ਵੀ ਚੀਜ਼ ਹੈ ਨਿਮਾਣ ਵੱਲ ਨੂੰ ਜ਼ਿਆਦਾ ਰੁੜ ਜਾਂਦੀ ਹੈ, ਭਾਵੇਂ ਨਿਰਯਤਨ ਹੀ ਰੁੜ ਜਾਂਦੀ ਹੈ। ਪਰ ਜੇ ਉਚਾਈ ਚੜ੍ਹਨੀ ਹੋਵੇ ਫਿਰ ਯਤਨ ਕਰਨਾ ਪੈਂਦਾ। ਇਸ ਵਾਸਤੇ ਜੋ ਸ਼ਰਧਾ ਭਾਵਨਾ ਧਾਰਨੀ ਕਰਨੀ ਹੋਵੇ ਨਾ, ਤੇ ਫਿਰ ਯਤਨ ਕਰਨਾ ਪੈਂਦਾ। ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਗੌੜੀ ਰਾਗ ਵਿੱਚ ਇਹ ਵੀ ਲਿਖਿਆ ਹੈ ਕਿ ਜਿੱਥੇ ਭਗਤ ਕਬੀਰ ਜੀ ਦੇ ਸ਼ਬਦ ਚੱਲਦੇ ਨੇ ਨਾ, ਗੌੜੀ ਕਬੀਰ ਜੀ ਕੀ ਨਾਲ ਰਲਾਏ ਲਿਖਿਆ ਮਹੱਲਾ ਪੰਜਵਾ। ਰੇ ਜੀ ਨਲੱਜ ਲਾਜ ਤੋਹੇ ਨਾਹੀ। ਇਹ ਸ਼ਬਦ ਪੜਾਂਗੇ ਨਾ ਤੇ ਉੱਥੇ ਮਹਾਰਾਜ ਨੇ ਲਿਖ ਹੀ ਦਿੱਤਾ ਕਿ ਨਾਲ ਰਲਾ ਕੇ ਹੀ ਮਹੱਲਾ ਪੰਜਵਾ ਲਿਖਿਆ। ਸੋ ਭਗਤਾਂ ਦੀ ਬਾਣੀ ਚਲਦਿਆਂ ਚਲਦਿਆਂ ਮਹਾਰਾਜ ਲਿਖਦੇ ਨੇ ਮਹੱਲਾ ਪੰਜਵਾ। ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ। ਇਹ ਵੀ ਮਹਾਰਾਜ ਨੇ ਵਿੱਚ ਉਚਾਰਿਆ, ਭਾਵ ਕਿ ਭਾਈ ਭਰਮ ਭੇਦ ਨਹੀਂ ਸਮਝਣਾ। ਸੋ ਇਹ ਸ਼ਬਦ ਭਗਤ ਕਬੀਰ ਜੀ ਦਾ ਉਚਾਰਿਆ ਹੋਇਆ ਹੈ, ਪਰ ਇੱਥੇ ਮੋਹਰ ਲਾ ਕੇ ਪੰਚਮ ਪਾਤਸ਼ਾਹ ਜੀ ਆਪ ਫਿਰ ਉਚਾਰਦੇ। ਇਸ ਲਈ ਭਾਈ ਗੁਰੂ ਕੀ ਬਾਣੀ ਤੇ ਸਭ ਤੋਂ ਪਹਿਲਾਂ ਤਾਂ ਅਟਲ ਵਿਸ਼ਵਾਸ ਭਰੋਸਾ ਸਮੁੱਚੀ ਬਾਣੀ ਤੇ ਰੱਖਣਾ ਹੈ। ਸੋ ਸਤਿਗੁਰੂ ਜੀ ਨੇ ਇਹ ਤਾਂ ਸਾਨੂੰ ਬਾਰ-ਬਾਰ ਹਦਾਇਤਾਂ ਕੀਤੀਆਂ, ਉਪਦੇਸ਼ ਬਖਸ਼ਿਆ, ਗਿਆਨ ਦਿੱਤਾ ਕਿ ਕਦੇ ਆਉਣ ਵਾਲੇ ਸਮੇਂ ਵਿੱਚ ਕੋਈ ਸਿੱਖ ਇਹ ਭੁਲੇਖਾ ਖਾ ਜਾਵੇ ਕਿ ਮੈਂ ਬਹੁਤ ਵੱਡਾ ਵਿਦਵਾਨ ਹਾਂ, ਮੈਂ ਬਹੁਤਾ ਪੜ੍ਹਿਆ ਲਿਖਿਆ, ਮੈਂ ਬੜਾ ਸਿਆਣਾ ਹਾਂ, ਇੱਥੇ ਆ ਨਹੀਂ ਚਾਹੀਦਾ, ਆ ਚਾਹੀਦਾ ਸੀ, ਭਗਤਾਂ ਦੀ ਬਾਣੀ ਅਲੱਗ ਚਾਹੀਦੀ ਸੀ, ਹਰ ਰਾਗ ਦੇ ਵਿੱਚ ਹੀ ਕਿਉਂ ਆ ਗਈ, ਬਹੁਤੇ ਰਾਗਾਂ ਦੇ ਵਿੱਚ ਕਿਉਂ ਆ ਗਈ। ਨਹੀਂ ਭਾਈ, ਇਹ ਸਾਰੇ ਭਰਮ ਭੁਲੇਖੇ ਦੂਰ ਕਰ ਦਿੱਤੇ ਸਤਿਗੁਰੂ ਜੀ ਨੇ ਕਿ ਨਹੀਂ ਭਾਈ, ਜੋ ਪੂਰੇ ਕਾ ਕੀਆ ਸਭ ਕੁਛ ਪੂਰਾ, ਵੱਧ ਘੱਟ ਕੁਛ ਨਹੀਂ, ਕੋਈ ਇਹ 'ਚ ਵੱਧ ਘੱਟ ਨਾ ਹੈ ਤੇ ਨਾ ਕੋਈ ਗਾਂਹ ਕਰ ਸਕਦਾ। ਇਸ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ। ਮਹੱਲਾ ਪੰਜਵਾ। ਸਤਿਗੁਰੂ ਜੀ ਇਸ ਆਪਣੇ ਸਿਰਲੇਖ ਥੱਲੇ ਬਾਣੀ ਉਚਾਰ ਰਹੇ ਹਨ। ਜੋ ਪਾਥਰ ਕਉ ਕਹਤੇ ਦੇਵ। ਸੋ ਸਤਿਗੁਰੂ ਜੀ ਫਰਮਾਉਂਦੇ ਨੇ, ਲਓ ਭਾਈ, ਬਹੁਤ ਸਾਰੇ ਮਨੁੱਖ ਭਰਮਾਂ ਭੁਲੇਖਿਆਂ ਵਿੱਚ ਪਏ ਹੋਏ ਨੇ, ਪੱਥਰ ਨੂੰ ਹੀ ਪਰਮੇਸ਼ਰ ਮੰਨੀ ਫਿਰਦੇ ਨੇ,
ਕਹਿੰਦੇ ਭਾਈ ਕੀ ਪ੍ਰਾਪਤ ਕਰਾਂਗੇ ਇਹਦੇ ਚੋਂ। ਜੋ ਪਾਥਰ ਕੋ ਕਹਤੇ ਦੇਵ, ਕਹਿੰਦੇ ਜਿਹੜਾ ਪੱਥਰ ਹੀ ਪਰਮਾਤਮਾ ਹੈ, ਪੱਥਰ ਹੀ ਦੇਵਤਾ ਹੈ, ਇਹ ਭਾਵਨਾ ਧਾਰ ਕੇ ਬੈਠੇ ਹਨ। ਤਾ ਕੀ ਬਿਰਥਾ ਹੋਵੈ ਸੇਵ, ਕਹਿੰਦੇ ਭਾਈ ਉਹਦੀ ਜਿਹੜੀ ਸੇਵਾ ਕੀਤੀ ਹੈ ਨਾ, ਉਹਨੂੰ ਲਾਭ ਨਹੀਂ ਪ੍ਰਾਪਤ ਹੋਣਾ, ਉਹਦੇ ਵਿੱਚੋਂ ਉਸ ਨੂੰ ਕੋਈ ਪ੍ਰਾਪਤੀ ਨਹੀਂ ਹੋ ਸਕਦੀ। ਕਿਉਂਕਿ ਪੱਥਰ ਕੋਈ ਉਪਦੇਸ਼ ਨਹੀਂ ਦੇ ਸਕਦਾ, ਕੋਈ ਵਰ ਨਹੀਂ ਦੇ ਸਕਦਾ, ਕੋਈ ਬੋਲ ਨਹੀਂ ਸਕਦਾ। ਇਸ ਵਾਸਤੇ ਕਹਿੰਦੇ ਭਾਈ ਉਹਦੀ ਸੇਵਾ ਕੀਤੀ ਹੋਈ ਨਿਰਰਥ ਜਾਵੇਗੀ, ਕਿਸੇ ਅਰਥ ਨਹੀਂ ਲੱਗੇਗੀ। ਮਨੁੱਖਾ ਜਨਮ ਮਹਾਰਾਜ ਨੇ ਬਹੁਤ ਵੱਡੀ ਬਖਸ਼ਿਸ਼ ਤੋਂ ਬਾਅਦ ਮਹਾਰਾਜ ਨੇ ਸਾਨੂੰ ਮਨੁੱਖਾ ਜਨਮ ਦਿੱਤਾ ਹੈ, ਤੇ ਜੇ ਇਹਨਾਂ ਭਰਮਾਂ ਭੁਲੇਖਿਆਂ ਵਿੱਚ ਪੈ ਕੇ ਪੱਥਰ ਹੀ ਪੂਜਦੇ ਰਹੇ, ਮਹਾਰਾਜ ਕਹਿੰਦੇ ਭਾਈ ਸਮਾਂ ਵੀ ਵਿਅਰਥ ਜਾਏਗਾ, ਮਨੁੱਖਾ ਜਨਮ ਵੀ ਵਿਅਰਥ ਜਾਏਗਾ, ਤੇ ਤੇਰੀ ਘਲਣਾ ਕੀਤੀ ਹੋਈ ਵੀ ਵਿਅਰਥ ਹੀ ਜਾਏਗੀ। ਜੋ ਪਾਥਰ ਕੀ ਪਾਈ ਪਾਏ, ਸੋ ਜੋ ਕਹਿੰਦੇ ਪੱਥਰਾਂ ਦੀਆਂ ਮੂਰਤੀਆਂ ਬਣਾ ਕੇ ਉਹਦੇ ਪੈਰੀਂ ਪੈਣਾ ਕਰਦੇ ਨੇ, ਜਾਂ ਪਾਣੀ ਦੇ ਦੁਆਰਾ ਉਸ ਦਾ ਇਸ਼ਨਾਨ ਕਰਾਉਂਦੇ ਨੇ, ਕਹਿੰਦੇ ਉਹ ਵੀ ਨਿਸਫਲ ਹੀ ਹੈ, ਉਹਦਾ ਵੀ ਕੋਈ ਲਾਭ ਪ੍ਰਾਪਤ ਨਹੀਂ ਹੋਵੇਗਾ। ਤਿਸ ਕੀ ਘਾਲ ਅਜਾਈ ਜਾਏ, ਕਹਿੰਦੇ ਉਹਦੀ ਵੀ ਘਾਲ ਕੀਤੀ ਹੋਈ, ਮਿਹਨਤ ਕੀਤੀ ਹੋਈ ਅਜਾਈ ਜਾਏਗੀ, ਵਿਅਰਥੀ ਜਾਏਗੀ। ਦਸਮ ਪਾਤਸ਼ਾਹ ਜੀ ਨੇ ਜਦੋਂ ਅਸੀਂ ਰੋਜ਼ ਦੀ ਬਾਣੀ ਪੜ੍ਹਦੇ ਹਾਂ ਨਾ, ਨਿਤਾ ਪ੍ਰਤੀ ਸੁਚੇਤ ਕਰਨ ਵਾਸਤੇ ਕੋ ਬਤਾਨ ਕੋ ਪੂਜਤ ਹੈ ਪਸ, ਕੋ ਮਰਤਾਨ ਕੋ ਪੂਜਨ ਧਾਇਓ, ਕੂਰ ਕਿਰਿਆ ਉਰਜਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਕਹਿੰਦੇ ਪਰਮਾਤਮਾ ਦਾ ਭੇਦ ਹੀ ਨਹੀਂ ਪਾਉਣਾ ਕੀਤਾ, ਇਸ ਵਾਸਤੇ ਪੱਥਰਾਂ ਨੂੰ ਹੀ ਪੂਜਦੇ ਰਹੇ। ਸਤਿਗੁਰੂ ਜੀ ਨੇ ਇਹ ਕਿਰਪਾ ਕੀਤੀ ਕਿ ਭਾਈ ਤੇਰੀ ਘਾਲ ਵੀ, ਤੇਰੀ ਮਿਹਨਤ ਕੀਤੀ ਹੋਈ ਵੀ ਅਜਾਈ ਜਾਵੇਗੀ। ਪੱਥਰਾਂ ਦੇ ਵਿੱਚ ਜੋ ਪੱਥਰਾਂ ਦੀਆਂ ਮੂਰਤੀਆਂ ਦੇ ਇਸ਼ਨਾਨ ਕਰਾਉਣੇ, ਮੂਰਤੀਆਂ ਬਣਾ ਕੇ ਉਹਦੀ ਪੂਜਾ ਕਰਨੀ, ਧੂਪ ਸੁਗੰਧੀ ਚੜਾਉਣੀ, ਕਹਿੰਦੇ ਇਹ ਸਭ ਵਿਅਰਥੀ ਹੀ ਜਾਏਗੀ। ਠਾਕੁਰ ਹਮਰਾ ਸਦ ਬੋਲੰਤਾ, ਕਹਿੰਦੇ ਦੱਸੋ ਭਾਈ ਅੱਜ ਤੱਕ ਕਿਸੇ ਵੀ ਵਿਅਕਤੀ ਨੇ ਪੱਥਰਾਂ ਦੀ ਪੂਜਾ ਕਰ ਕਰਕੇ ਉਹ ਤੋਂ ਕੋਈ ਉਪਦੇਸ਼ ਲਿਆ ਹੈ? ਨਹੀਂ ਨਾ ਲਿਆ। ਜੇ ਇੱਥੇ ਕੋਈ ਸ਼ੰਕਾ ਕਰੇ ਕਿ ਭਗਤ ਨਾਮਦੇਵ ਜੀ ਨੇ ਪੱਥਰ ਦੇ ਵਿੱਚੋਂ ਪਰਮਾਤਮਾ ਦੀ ਪ੍ਰਾਪਤੀ ਕੀਤੀ, ਇਹ ਵੀ ਸ਼ੰਕਾਵਾਂ ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਦੂਰ ਕੀਤੀਆਂ ਹਨ। ਤਾਂ ਜਦੋਂ ਭਗਤ ਕਬੀਰ ਜੀ ਨੇ ਭਗਤ ਨਾਮਦੇਵ ਦੇ ਬਾਰੇ ਇਹ ਸੁਣਿਆ ਤਾਂ ਉਹਨੇ ਪੜਚੋਲ ਕੀਤੀ ਕਿ ਭਗਤ ਨਾਮਦੇਵ ਦੀ ਪ੍ਰਾਪਤੀ ਕੀ ਹੈ। ਤਾਂ ਫਿਰ ਫਰਮਾਉਂਦੇ ਹਨ ਕਿ ਭਾਈ ਉਹਨੇ ਭਗਤੀ ਦੇ ਦੁਆਰਾ ਜੋ ਉਹਦਾ ਸੁੱਧਾ ਸੁਭਾਅ ਸੀ, ਕਿਉਂਕਿ ਜੇ ਪੱਥਰ ਵਿੱਚੋਂ ਪ੍ਰਾਪਤੀ ਹੁੰਦੀ ਪਹਿਲਾਂ ਤ੍ਰਿਲੋਚਨ ਨੂੰ ਹੋਣੀ ਸੀ। ਭਾਈ ਗੁਰਦਾਸ ਜੀ ਕਹਿੰਦੇ ਨਾ, ਦੇ ਧੰਨੇ ਨੂੰ ਗੈਲ ਛਡਾਵਾ, ਕਹਿੰਦੇ ਜਦੋਂ ਉਹਨੂੰ ਮਗਰ ਮਗਰ ਫਿਰਦੇ ਰਹੇ ਤਾਂ ਵਾਹਿਗੁਰੂ ਧੰਨੇ ਭਗਤ ਨੂੰ ਕਹਿੰਦੇ ਪੱਥਰਾਂ ਵਿੱਚੋਂ ਪ੍ਰਾਪਤ ਹੋਇਆ। ਕਹਿੰਦੇ ਨਹੀਂ। ਕਹਿੰਦੇ ਕਿਵੇਂ ਪ੍ਰਾਪਤ ਹੋਏ? ਭੋਲੇ ਭਾਏ ਮਿਲੇ ਰਗ ਰਾਇਆ। ਕਹਿੰਦੇ ਉਹਨਾਂ ਨੂੰ ਤਾਂ ਕਹੋ ਕਬੀਰ ਭਗਤ ਕਰ ਪਾਇਆ। ਕਹਿੰਦੇ ਉਹਨੇ ਤਾਂ ਭਗਤੀ ਵਿੱਚੋਂ ਪ੍ਰਾਪਤ ਕੀਤਾ। ਭੋਲੇ ਭਾਏ ਮਿਲੇ ਰਗ ਰਾਇਆ। ਇੰਨੀ ਨਿਸ਼ਠਾ ਸੀ, ਇੰਨਾ ਵਿਸ਼ਵਾਸ ਸੀ, ਇੰਨਾ ਭਰੋਸਾ ਸੀ ਕਿ ਜਦੋਂ ਤ੍ਰਿਲੋਚਨ ਨੇ ਇੱਕ ਪੱਥਰ ਦੇ ਤਾ ਨਾ, ਲੈ ਬਈ ਤੂੰ ਵੀ ਇਹ ਇੱਕ ਦੇਵਤਾ ਮੇਰੇ ਕੋਲ ਲੈ ਲਾ, ਉਹ ਲੈ ਕੇ ਚਲੇ ਗਿਆ। ਪਰ ਜਦੋਂ ਪੁੱਛਿਆ ਵੀ ਮੈਂ ਕੀ ਕਰੂੰ ਇਹਨੂੰ, ਕਹਿੰਦੇ ਇਸ਼ਨਾਨ ਕਰਾਈ, ਆਪਣਾ ਪ੍ਰਸ਼ਾਦ ਛਕਣ ਤੋਂ ਪਹਿਲਾਂ ਇਹਨੂੰ ਪ੍ਰਸ਼ਾਦ ਚੜਾਈ, ਇਹ ਦੇਵਤਾ ਹੈ, ਇਹਨੂੰ ਪ੍ਰਸ਼ਾਦ ਛਕਾਉਣਾ ਹੈ। ਤੇ ਭਗਤਾਂ ਨਾ ਜੀ ਤੇ ਗਊਆਂ ਚਾਰਦੇ ਸੀ, ਖੇਤ ਲੈ ਗਏ ਨਾਲ,
ਤੇ ਜਦੋਂ ਘਰੋਂ ਪ੍ਰਸ਼ਾਦਾ ਆਇਆ ਤੇ ਫਿਰ ਉਹ ਪੱਥਰ ਦਾ ਇਸ਼ਨਾਨ ਕਰਾਇਆ। ਇਸ਼ਨਾਨ ਕਰਾਇਆ ਤੇ ਪਤਾ ਨਹੀਂ ਕਿੰਨੇ ਜਨਮਾਂ ਦੀ ਭਗਤੀ ਹੋਵੇਗੀ ਭਾਈ। ਫਿਰ ਚੌਂਕੜਾ ਮਾਰ ਕੇ ਸਜ ਗਏ ਮੂਹਰੇ। ਕਹਿੰਦੇ ਲੈ ਮੈਨੂੰ ਜੋ ਘਰੋਂ ਪ੍ਰਸ਼ਾਦਾ ਆਇਆ ਦੇਵਤਾ ਜੀ ਤੁਸੀਂ ਪਹਿਲਾਂ ਰੱਬ ਜੀ ਛਕੋ, ਮੈਂ ਬਾਅਦ ਛਕਾਂਗਾ। ਹੁਣ ਪੱਥਰ ਨੇ ਥੋੜ੍ਹਾ ਬੋਲਣਾ ਸੀ, ਨਾ ਕੋਈ ਛਕਣਾ ਸੀ। ਪਰ ਦੂਸਰੇ ਪਾਸੇ ਭਗਤ ਧੰਨਾ ਜੀ ਪੱਥਰ ਨਹੀਂ ਨਾ ਮੰਨ ਰਹੇ, ਉਹ ਤੇ ਇੱਕ ਭਾਵਨਾ ਧਾਰ ਕੇ ਬੈਠੇ ਨੇ। ਕਹਿੰਦੇ ਚੰਗਾ ਭਾਈ ਜੇ ਇਹ ਹੀ ਹੈ ਨਾ, ਮੈਨੂੰ ਪਤਾ ਹੈ ਕਿ ਤਰਲੋਚਨ ਪੰਡਤ ਹੈ, ਉਹ ਤੇ ਤਰ੍ਹਾਂ ਤਰ੍ਹਾਂ ਦੀਆਂ ਖੀਰਾਂ ਖਵਾਉਂਦਾ ਹੋਵੇਗਾ ਤੈਨੂੰ, ਤੇ ਆ ਤੈਨੂੰ ਗੰਢੇ ਨਾਲ ਮਿੱਸੀ ਰੋਟੀ ਕਿੱਥੋਂ ਸਵਾਦ ਲੱਗਣੀ ਆ। ਪਰ ਨਾ ਖਾ, ਮੇਰੇ ਕੋਲ ਤੇ ਇਹੀ ਆ, ਤੂੰ ਨਹੀਂ ਖਾਏਂਗਾ ਤੇ ਮੈਂ ਵੀ ਨਹੀਂ ਖਾਂਦਾ। ਕਹਿੰਦਾ ਮੇਰੇ ਕੋਲੇ ਆ ਲੱਸੀ ਦੇ ਵਿੱਚ ਮੱਖਣ ਵੀ ਹੈਗਾ, ਜੇ ਮੱਖਣ ਖਾਣਾ ਮੱਖਣ ਵੀ ਦਿਆਂਗਾ। ਐਂ ਗੱਲਾਂ ਕਰਦਾ ਜਿਵੇਂ ਸਖਿਆਤ ਬੈਠਾ ਹੁੰਦਾ ਹੈ, ਤੇ ਉਹ ਸਮਝ ਰਿਹਾ ਸੀ ਕਿ ਮੈਂ ਸਖਿਆਤ ਬੈਠਾ ਹਾਂ। ਕੁਝ ਸਮਾਂ ਬੀਤਿਆ, ਇਸੇ ਤਰ੍ਹਾਂ ਪ੍ਰਤੱਖ ਸਮਝ ਕੇ ਬੈਠਾ ਹੈ, ਤੇ ਫਿਰ ਪਰਮਾਤਮਾ ਨੇ ਸਖਿਆਤ ਹੋ ਕੇ ਦਰਸ਼ਨ ਦੇ ਕੇ ਪ੍ਰਸ਼ਾਦਾ ਛਕਿਆ। ਪੱਥਰ ਨੇ ਨਹੀਂ ਛਕਿਆ, ਉਹਦੀ ਭਾਵਨਾ ਵਿੱਚੋਂ ਪ੍ਰਾਪਤੀ ਹੋਏ। ਭੋਲੇ ਭਾਏ ਮਿਲੇ ਰਗ ਰਾਇਆ, ਉਹਦੀ ਭਾਵਨਾ ਕਰਕੇ ਪਰਮਾਤਮਾ ਪ੍ਰਾਪਤ ਹੋਇਆ ਹੈ। ਉਹੀ ਤਰਲੋਚਨ ਪੁੱਛਦਾ ਹੈ ਵੀ ਮੈਨੂੰ ਪਤਾ ਲੱਗਾ ਤੈਨੂੰ ਸਖਿਆਤ ਦਰਸ਼ਨ ਹੋ ਗਏ ਨੇ ਰੱਬ ਦੇ। ਤੇ ਧੰਨਾ ਬੜਾ ਹੈਰਾਨ ਹੋਇਆ, ਕਹਿੰਦਾ ਅੱਛਾ ਤੈਨੂੰ ਨਹੀਂ ਹੋਏ? ਕਹਿੰਦਾ ਨਹੀਂ ਮੈਨੂੰ ਤੇ ਨਹੀਂ ਹੋਏ। ਕਹਿੰਦਾ ਆ ਤੈਨੂੰ ਕਰਾਵਾਂ। ਉਹਨੂੰ ਵੀ ਲੈ ਗਿਆ ਖੇਤ ਨਾਲ, ਤੇ ਉਸੇ ਤਰ੍ਹਾਂ ਗਊਆਂ ਚੱਲ ਰਹੀਆਂ ਨੇ। ਕਹਿੰਦਾ ਉਹ ਸਾਵੀ ਗਾਮ ਦੇ ਵੇਖ ਨਾਲ ਹੱਥ ਰੱਖ ਕੇ ਉੱਤੇ ਖੜਾ ਨਾ, ਤੇ ਮੇਰੇ ਵੱਲ ਵੇਖ ਕੇ ਮੁਸਕਰਾ ਰਿਹਾ, ਹੱਸ ਰਿਹਾ, ਖੁਸ਼ ਹੋ ਰਿਹਾ। ਕਹਿੰਦਾ ਮੈਨੂੰ ਨਹੀਂ ਦਿਖਦਾ। ਕਹਿੰਦਾ ਫਿਰ ਤੈਨੂੰ ਵੇਖਣ ਵਾਲੀਆਂ ਅੱਖਾਂ ਹੀ ਨਹੀਂ ਵਾਲੇ ਆਈਆਂ। ਨਾਨਕ ਸੇ ਅੱਖਰੀਆਂ ਬਿਆਨ ਜਿਨੀ ਸਜਾਤਾ ਮਾਂ ਪਿਰੀ। ਜਿਨ੍ਹਾਂ ਨੇ ਉਸ ਪਰਮੇਸ਼ਰ ਨੂੰ ਪਛਾਣ ਲਿਆ ਨਾ, ਉਹ ਅੱਖਾਂ ਦੇਖਣ ਵਾਲੀਆਂ ਹੋਰ ਨੇ, ਇਹ ਅੱਖਾਂ ਨਹੀਂ ਹਨ। ਸੋ ਇਸ ਵਾਸਤੇ ਕਹਿੰਦੇ ਤੈਨੂੰ ਇਹ ਅੱਖਾਂ ਨਹੀਂ ਹਨ। ਉਹ ਵੀ ਮੰਨ ਗਿਆ, ਕਹਿੰਦਾ ਠੀਕ ਹੈ ਮੇਰੀਆਂ ਨਜ਼ਰਾਂ ਤੋਂ ਦੂਰ ਹੈ। ਕਹਿੰਦਾ ਫਿਰ ਭਾਉ ਭਗਤੀ ਵਿੱਚ, ਕਮਾਈ ਵਿੱਚ, ਪਰਮਾਤਮਾ ਤੇ ਭਰੋਸੇ ਵਿੱਚ, ਯਕੀਨ ਵਿੱਚ ਫਰਕ ਹੈ। ਤੇ ਤੂੰ ਦ੍ਰਿੜਤਾ ਦੇ ਨਾਲ ਪਰਮਾਤਮਾ ਦੀ ਭਾਉ ਭਗਤੀ ਕਰ। ਕਹਿੰਦਾ ਮੈਂ ਜਿੰਨੀ ਮਰਜ਼ੀ ਭਗਤੀ ਕਰਾਂ, ਹੁਣ ਮੈਨੂੰ ਲੱਗਦਾ ਨਹੀਂ ਕਿ ਮੈਨੂੰ ਇਸ ਜਨਮ ਦੇ ਵਿੱਚ ਕੁਝ ਪ੍ਰਾਪਤੀ ਹੋਵੇ, ਤੇ ਤੂੰ ਕਿਰਪਾ ਕਰ। ਤੇ ਫਿਰ ਹੋਏ ਵਿਚੋਲਾ ਆਣ ਮਿਲਾਵੈ। ਭਾਈ ਗੁਰਦਾਸ ਜੀ ਕਹਿੰਦੇ ਨੇ ਨਾ, ਕੋਈ ਇਹੋ ਜਿਹਾ ਹੋਵੇ, ਕੋਈ ਜਨ ਹਰਸਿਉ ਦੇਵੈ ਜੋਰ, ਅੰਦਰ ਆਪ ਦੀ ਪ੍ਰੀਤੀ ਹੋਵੇ, ਇੱਥੋਂ ਤੱਕ ਪਹੁੰਚ ਹੋਵੇ। ਗੱਲਾਂ ਵਾਲੇ ਤੇ ਬੜੇ ਨੇ, ਪਰ ਕੋਈ ਇੱਥੋਂ ਤੱਕ ਪਹੁੰਚ ਵਾਲੇ ਦਰਸ਼ਨ ਕਰਾ ਸਕਦਾ ਸੀ ਨਾ। ਕਹਿੰਦਾ ਆ ਭਾਈ ਉਹਨੇ ਕੀਤੀ ਅਰਦਾਸ, ਕਹਿੰਦਾ ਹੇ ਪਰਮਾਤਮਾ ਪ੍ਰਭੂ ਵਾਹਿਗੁਰੂ, ਹੁਣ ਇਹਨੇ ਮੈਨੂੰ ਭਾਵੇਂ ਪੱਥਰ ਹੀ ਦਿੱਤਾ ਸੀ, ਪਰ ਮੇਰਾ ਇੱਕ ਜਰੀਆ ਬਣਿਆ, ਮੇਰਾ ਇੱਕ ਸਾਧਨ ਬਣ ਗਿਆ, ਤੇ ਤੁਸੀਂ ਮੇਰੇ ਤੇ ਕੀਤੀ ਕਿਰਪਾ। ਹੁਣ ਕਿਰਪਾ ਕਰਕੇ ਇਹਨਾਂ ਨੂੰ ਵੀ ਦਰਸ਼ਨ ਦਿਓ। ਫਿਰ ਤਰਲੋਚਨ ਨੂੰ ਦਰਸ਼ਨ ਹੋਏ ਸੀ, ਤੇ ਜੇ ਪੱਥਰ ਵਿੱਚੋਂ ਹੀ ਹੋਣੇ ਹੁੰਦੇ ਤਾਂ ਉਹਦੇ ਕੋਲ ਤਾਂ ਸੈਂਕੜੇ ਪਏ ਸੀ। ਨਹੀਂ ਭਾਈ, ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਪੱਥਰਾਂ ਦੀ ਸੇਵਾ ਕੀਤੀ, ਇਹਨਾਂ ਦੇ ਇਸ਼ਨਾਨ ਕਰਾਏ ਵਿਅਰਥ ਹਨ, ਕਿਉਂਕਿ ਇਹ ਕੁਝ ਬੋਲਦੇ ਨਹੀਂ। ਸਾਡਾ ਠਾਕਰ, ਸਾਡਾ ਪਰਮਾਤਮਾ ਤਾਂ ਸ਼ਬਦ ਗੁਰੂ ਹੈ। ਸਤਿਗੁਰੂ ਜੀ ਅੱਗੇ ਕਿਰਪਾ ਕਰ ਰਹੇ ਹਨ। ਸਰਬ ਜੀਆ ਕਉ ਪ੍ਰਭ ਦਾਨ ਦੇਤਾ, ਠਾਕਰ ਹਮਰਾ ਸਦ ਬੋਲੰਤਾ। ਕਹਿੰਦੇ ਸਾਡਾ ਜਿਹੜਾ ਠਾਕਰ ਹੈ ਨਾ, ਉਹ ਕੌਣ ਹੈ ਭਾਈ? ਹੈ ਕਿਸੇ ਨੂੰ ਕੋਈ ਭੁਲੇਖਾ ਨਹੀਂ, ਭੁਲੇਖਾ ਰਹਿਣ ਹੀ ਨਹੀਂ ਦਿੱਤਾ।
दसां पातशाहियां जी ने ऐसी कृपा की। पहले ते वाजा मारियां आवहो सिख सतगुरु के प्यारे हो, गावहो सच्ची बाणी। बाणी तो गावो गुरु केरी बाणियां सिर बाणी, श्रोमणी बाणी है। फिर क्या बाणी गुरु, गुरु है बाणी, यही बाणी गुरु है। ते फिर सारी बाणी की संपूर्णता करके ते साध संगत धन कलगीधर पातशाह गुरु गोबिंद सिंह महाराज ने कृपा कर दी। आज्ञा भई अकाल की तबे चलायो पंथ, सब सिखण को हुक्म है गुरु मान्यो ग्रंथ। गुरु ग्रंथ जी मान्यो प्रगट गुरां की दे, जो प्रभु को मिलबो चाहे खोज शब्द में ले। ठाकर हमारा सब सद बोलंत, ये तो भाई सदा ही बोलदा। इन्हां नाल बचन बिलास करन वाले थक जाते ने, आलस कर सकते ने, देरी कर सकते ने, पर धन गुरु ग्रंथ साहब सच्चे पातशाह तो हमेशा ही उपदेश बख्शिश करते हैं। हमेशा ही दुख विच भी, सुख विच भी, औकड़ां विच भी, मुश्किलों विच भी। इत्थे नहीं सतगुरु पातशाह जी ते ऐसे साडे ठाकुर ने, ऐसे साडे रब ने। यह लोक सुखीए परलोक सुहेले, नानक हर प्रभ आपे मेले की दात देंदे। ठाकर हमरा साधु बोलंता, ये तो भाई बोल बोल के दसदे ने कि वेख्यो किते नशियां विच पै जाओ, करीतियां विच पै जाओ, विषयां विच पै जाओ, जिंदगी नूं एवें गवा दो ना भाई। ये तो बोल के दसदे ने कि 84 लाख जून तो बाद तैनूं ये समा मिलिया, ते वेखी किते भुल जाई हुण ये समय नूं अजाई गवा देवीं। ते हजूर ने कहा कि 84 लाख जून दे विचों तैनूं प्राप्ति पता की हुई है? पहला प्राप्ति हुई तैनूं मनुखा जन्म मिलिया, ते कहंदे फिर भरमदियां तैनूं मनुखा जन्म की प्राप्ति हुई, ते तू इस प्राप्ति तो बाद फिर भुल गया। ठाकर हमरा सद बोलंता, ये तो सदा बोलदा भाई। इस वास्ते तू हले भी पत्थरां विच विश्वास रखदा भी ये कदे ना कदे बोलणगे, कदे भी नहीं बोलना भाई इन्हां ने तां। ते जिहड़ा ठाकर सदा बोलदा है उहदे ते तैनूं भरोसा नहीं। तू ते रात दिन आके सतगुरु दे चरनां च आ इशनान करके अरदास करके सतगुरु तो हुक्मनामा लै, सतगुरु दे शब्द नूं धारण कर, ते तैनूं तां हमेशा ही उपदेश मिलेगा भाई। ते जे जिंदगी दे विच सारांश उपदेश भालेगा ते फिर जदों भी तेरी कोई गल तेरे मन दे विच उत्पन्न होएगी, जे तू चाहें रता भर भी नज़र मार के अपनड़े गिरीवान में सिर नीवा कर देख, कदे देखना चाहे, ते फिर ये गुरु कदे धन गुरु कलगीधर पातशाह जी तुहानूं कहणगे पान सपारी खातियां मुख बीड़ियां लाइयां, हर हर कदे ना चेत्यो जम पकड़ चलाइयां। धन गुरु ग्रंथ साहब जी तुहानूं ये उपदेश बख्शिश करनगे। कदे कलगीधर पातशाह जी उपदेश देणगे तनक तंबाकू सेविया दे पितर तत जाए, पानी ताके हाथ के मदरा सम हो जाए। तंबाकू तू खाना ते की है? तंबाकू खाण वाले दे हथों पानी भी लैके पी लिया, जिहो जिहा पानी पीता जिहो जी तू शराब पी ली। ठाकर हमरा सद बोलंता, ये तो सदा बोलदा भाई। ते जदों मन विच कोई तेरे अपद्रव पैदा होवेगा ना, उतरा चढ़ाव पैदा होएगा, तेरा मन विषयां विकारां वल दौड़ेगा, चोरी ठगी वल तो दौड़ेगा, तेरा मन जिहड़ा है धन की बहौलता वास्ते चितराइयां करेगा। ते फिर साडा ठाकुर पता की कहेगा? कहेगा बहु परपंच कर पर धन लियावै, सुतदारा पै आन लटावै, मन मेरे भूले कपट ना कीजै। ना कपट करी ठाकर हमरा सद बोलंता, अंत नवेरा तेरे जी पै लीजा, कहंदे ना कपट करी। सो इस वास्ते ये तो सानू सदा ही बोल बोल के दसदा है कि भाई तेरा समा बीतदा जा रहा, तू एक निश्चित समय वास्ते संसार में आया है,
ਤੇ ਤੂੰ ਆਇਆ ਕਾਹਦੇ ਵਾਸਤੇ ਆ? ਠਾਕਰ ਹਮਰਾ ਸਦ ਬੋਲੰਤਾ। ਕਹਿੰਦਾ ਤੁਹਾਨੂੰ ਕਿ ਗੁਰਸਿੱਖੋ, ਭਾਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ। ਪਰ ਤੂੰ ਮਾਤਾ ਦੇ ਗਰਭ ਵਿੱਚ ਬੜੇ ਬੰਦਗੀਆਂ ਭਰੇ ਲਹਿਜੇ ਦੇ ਵਿੱਚ ਅਰਦਾਸਾਂ ਕਰਦਾ ਸੀ, ਬੇਨਤੀਆਂ ਕਰਦਾ ਸੀ, ਜੋਦੜੀਆਂ ਕਰਦਾ ਸੀ। ਤੇ ਜਦੋਂ ਤੂੰ ਗਰਭ ਜੋਨ ਨੂੰ ਛੱਡ ਦਿੱਤਾ ਨਾ, ਇਹ ਸੰਸਾਰ ਵਿੱਚ ਆਇਆ, ਤੇ ਫਿਰ ਤੂੰ ਕੀ ਕਰਨ ਲੱਗਿਆ? ਕਰੈ ਬੁਰਾਈ ਠਗਾਈ ਦਿਨ ਰੈਨ, ਨੇਫਲ ਕਰਮ ਕਮਾਈ, ਤਾਂ ਨਾਈ ਤੋ ਗਾਹਣ ਲਾਗੇ, ਧਾਏ ਧਾਏ ਦੁੱਖ ਪਾਈ। ਫਿਰ ਤੂੰ ਇਸ ਪਾਸੇ ਲੱਗ ਪਿਆ। ਠਾਕਰ ਹਮਰਾ ਸਦ ਬੋਲੰਤਾ। ਇਹ ਕਹਿੰਦਾ ਹੈ, ਸਾਨੂੰ ਆਵਾਜ਼ਾਂ ਮਾਰ ਕੇ ਫਰਮਾਉਂਦਾ ਹੈ, ਸਮਝਾਉਂਦਾ ਹੈ। ਇਹੋ ਜਿਹਾ ਗੁਰੂ ਮਿਲ ਸਕਦਾ ਕਿਤੇ ਭਾਈ? ਤੇ ਜਦੋਂ ਆਪਾਂ ਆਪਣੇ ਧਿਆਨ ਵਿੱਚੋਂ ਧਿਆਨ ਜੋੜਾਂਗੇ ਨਾ, ਗੁਰੂ ਕੀ ਕਹਿੰਦਾ ਤੇ ਅਸੀਂ ਕੀ ਕਰਦੇ ਹਾਂ, ਤੇ ਫਿਰ ਅੰਤਰਾਤਮਾ ਚੋਂ, ਗੁਰਸਿੱਖਾਂ ਦੇ ਅੰਤਰਾਤਮਾ ਚੋਂ, ਸ਼ੁੱਧ ਅੰਤਰ ਆਤਮਾ ਚੋਂ ਆਵਾਜ਼ ਆਏਗੀ ਕਿ ਅਸੀਂ ਉਹ ਕੁਝ ਕੀਤਾ ਨਹੀਂ। ਗੋਬਿੰਦ ਹਮ ਐਸੇ ਅਪਰਾਧੀ, ਜੇ ਪ੍ਰਭ ਜੀਓ ਪਿੰਡ ਥਾ ਦੀਆ, ਤਿਸ ਕੀ ਭਾਉ ਭਗਤ ਨਹੀਂ ਸਾਦੀ। ਜੇ ਕਰ ਕਥਾ ਹੋਤ ਹਰ ਸੰਤਨ, ਇੱਕ ਨਿਮਖ ਨਾ ਕੀਨੋ ਮੈਂ ਫੇਰਾ, ਲੰਪਟ ਚੋਰ ਦੂਤ ਮਤਵਾਰੇ, ਤਿੰਨ ਸੰਗ ਸਦਾ ਬਸੇਰਾ। ਕਾਮ ਕ੍ਰੋਧ ਮਾਇਆ ਮਦ ਮਤਸਰ, ਇਹ ਸੰਪੈ ਮੋਹ ਮਾਹੀ, ਦਇਆ ਧਰਮ ਅਰ ਗੁਰ ਕੀ ਸੇਵਾ, ਇਹ ਸੁਪਨੰਤਰ ਨਾਹੀ। ਸੁਪਨੇ 'ਚ ਵੀ ਨਹੀਂ ਕਦੇ ਸੇਵਾ ਕੀਤੀ ਤੇ ਸਾਡਾ ਮਨ ਫਿਰ ਸ਼ਰਮਿੰਦਾ ਹੋਏਗਾ ਕਿ ਗੁਰੂ ਕੀ ਕਹਿੰਦਾ? ਠਾਕਰ ਹਮਰਾ ਸਦ ਬੋਲੰਤਾ। ਸਦਾ ਬੋਲ ਬੋਲ ਕੇ ਕਹਿੰਦਾ ਹੈ ਕਿ ਗੁਰਸਿੱਖਾ, ਤੈਨੂੰ ਸਮਝਾਉਂਦਾ ਵੀ ਗੁਰਸਿੱਖ ਕੌਣ ਹੈ? ਗੁਰ ਸਤਿਗੁਰ ਕਾ ਜੋ ਸਿੱਖ ਖਾਏ, ਠਾਕਰ ਹਮਰਾ ਸਦ ਬੋਲੰਤ। ਕੌਣ ਹੈ ਗੁਰੂ ਕਾ ਸਿੱਖ? ਗੁਰ ਸਤਿਗੁਰ ਕਾ ਜੋ ਸਿੱਖ ਖਾਏ, ਸੋ ਭਲਕੇ ਉੱਠ ਹਰ ਨਾਮ ਧਿਆਵੈ। ਉਦਮ ਕਰੇ ਭਲਕੇ ਪ੍ਰਭਾਤੀ, ਆਲਸੀ ਦਲਿਦਰੀ ਬਣ ਕੇ ਪਿਆ ਰਵੇ ਗੁਰੂ ਕਾ ਸਿੱਖ ਨਹੀਂ। ਠਾਕਰ ਹਮਰਾ ਸਦ ਬੋਲੰਤ। ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰ ਨਹਾਵੈ, ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲ ਵਿਖ ਪਾਪ ਦੋਖ ਲੈ ਜਾਵੈ। ਇਹ ਸਾਡਾ ਠਾਕੁਰ, ਸਾਡਾ ਮਾਲਕ, ਸਾਡਾ ਰੱਬ, ਸਾਡਾ ਅਕਾਲ ਪੁਰਖ, ਜਿਹਦੇ ਲੜ ਸਾਨੂੰ ਲਾਇਆ। ਕਦੇ ਮਨ ਵਿੱਚ ਵਿਚਾਰ ਕਰਿਓ ਕਿ ਕਿੱਡੀ ਵੱਡੀ ਕਿਰਪਾ ਕੀਤੀ ਸਾਡੇ ਤੇ। ਧੰਨ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਕਲਗੀਧਰ ਪਾਤਸ਼ਾਹ ਤੱਕ ਜੋ ਬਖਸ਼ਾਂ ਹੋਈਆਂ, ਕਦੇ ਮਨ ਵਿੱਚ ਵਿਚਾਰ ਆਵੇ ਤਾਂ ਗੁਰੂ ਕਾ ਸਿੱਖ ਫਿਰ ਸ਼ਰਾਬਾਂ ਪੀ ਸਕਦਾ ਹੈ, ਦਾੜੀ ਕਟਾ ਸਕਦਾ ਹੈ, ਅੰਮ੍ਰਿਤ ਛਕੇ ਤੋਂ ਬਿਨਾਂ ਹੀ ਜ਼ਿੰਦਗੀ ਬਤੀਤ ਕਰ ਦੇਵੇਗਾ? ਨਹੀਂ ਭਾਈ, ਸਾਡੇ ਮਨ ਵਿੱਚ ਇਹ ਵਿਚਾਰ ਆਉਣੀ ਚਾਹੀਦੀ ਹੈ ਕਿ ਠਾਕਰ ਹਮਰਾ ਸਦ ਬੋਲੰਤਾ ਕੀ ਬੋਲਦਾ? ਬੋਲਦਾ ਤਾਂ ਹੈ, ਕੀ ਬੋਲਦਾ? ਕਦੇ ਵਿਚਾਰ ਕੀਤੇ ਕਿਤੇ ਲਈ ਬੋਲਦਾ ਹੈ? ਨਹੀਂ। ਪਹਿਲੇ ਮਨ ਪ੍ਰਬੋਧੇ ਆਪਣਾ, ਆਪਣੇ ਮਨ ਨੂੰ ਪੁੱਛੋ ਕਿ ਗੁਰੂ ਸਾਡਾ ਕੀ ਬੋਲਦਾ। ਅਸੀਂ ਆਪ ਪਹਿਲਾਂ ਪੁੱਛੀਏ ਕਿ ਗੁਰੂ ਕਿਹਨੂੰ ਕਹਿ ਰਿਹਾ? ਗੁਰੂ ਸਾਨੂੰ ਕਹਿ ਰਿਹਾ ਭਾਈ। ਇਸ ਵਾਸਤੇ ਕਈ ਗੁਰਸਿੱਖ ਵੀ ਹੋ ਕੇ, ਸਿੱਖਾਂ ਦੇ ਘਰੇ ਜਨਮ ਧਾਰ ਕੇ ਵੀ, ਤੇ ਹਲੇ ਵੀ ਪੱਥਰਾਂ ਦੀਆਂ ਮੂਰਤੀਆਂ ਬਣਾ ਬਣਾ ਕੇ ਉਹਨਾਂ ਨੂੰ ਪੂਜਦੇ ਨੇ। ਸਮੁੱਚੀ ਮਾਨਵਤਾ ਨੂੰ ਮਹਾਰਾਜ ਉਪਦੇਸ਼ ਬਖਸ਼ਿਸ਼ ਕਰਦੇ ਨੇ ਕਿ ਭਾਈ ਭਰਮ ਭੁਲੇਖਿਆਂ ਵਿੱਚ ਨਾ ਰਹੋ, ਆਪੋ ਆਪਣੇ ਧਰਮ ਦੀ ਇਬਾਦਤ ਕਰੋ। ਧਰਮ ਦੇ ਵਿੱਚ ਨਾਮ ਸਿਮਰਨ, ਨਸ਼ਿਆਂ ਦਾ ਤਿਆਗ, ਜਿਹੜਾ ਧੀਆਂ ਭੈਣਾਂ ਦੀ ਇੱਜ਼ਤ ਦੇ ਸਾਂਝੀਵਾਲ ਹੋਣਾ, ਇਹ ਸਾਂਝੇ ਗੁਣ ਨੇ ਮਨੁੱਖਤਾ ਦੇ। ਤੇ ਸਤਿਗੁਰੂ ਪਾਤਸ਼ਾਹ ਜੀ ਇੱਥੇ ਫਰਮਾਉਂਦੇ ਨੇ ਕਿ ਭਾਈ ਜਿਹੜਾ ਸਾਡਾ ਠਾਕਰ ਹੈ ਨਾ, ਉਹ ਹਮੇਸ਼ਾ ਵਾਸਤੇ ਹੀ ਬੋਲਦਾ ਹੈ। ਸਰਬ ਜੀਆ ਕਉ ਪ੍ਰਭ ਦਾਨ ਦੇਤਾ। ਕੇਵਲ ਬੋਲਦਾ ਹੀ ਨਹੀਂ, ਕਈ ਸਿਆਣੇ ਲੋਕ ਬੋਲ ਸਕਦੇ ਆ, ਚੰਗਾ ਉਪਦੇਸ਼ ਦੇ ਸਕਦੇ ਆ। ਜਿਹੜੇ ਅੱਜ ਸਾਡੇ ਕਈ ਭਰਮ ਭੁਲੇਖਿਆਂ ਵਿੱਚ ਫਸੇ ਹੋਏ ਵਿਦਵਾਨ ਕਹਿੰਦੇ ਨੇ ਨਾ ਕਿ ਗੁਰੂ ਗਿਆਨ ਹੈ, ਗੁਰੂ ਉਪਦੇਸ਼ ਹੈ। ਨਹੀਂ ਭਾਈ, ਗੁਰੂ ਸ਼ਕਤੀ ਹੈ, ਗੁਰੂ ਸਰਬ ਕਲਾ ਸਮਰੱਥ ਹੈ। ਇਸ ਗੱਲ ਨੂੰ ਨਹੀਂ ਭੁੱਲਣਾ ਆਪਾਂ
ਤੇ ਮਹਾਰਾਜ ਕਹਿੰਦੇ ਸਾਡਾ ਜਿਹੜਾ ਠਾਕਰ ਹੈ ਨਾ ਉਹ ਤਾਂ ਸਰਬ ਜੀਆਂ ਨੂੰ ਦਾਨ ਦਿੰਦਾ, ਪਾਲਦਾ ਸਾਰਿਆਂ ਨੂੰ, ਕਿਉਂਕਿ ਸਾਰਿਆਂ ਦਾ ਪ੍ਰਤਪਾਲਨਹਾਰ ਹੈ। ਕੇਵਲ ਮਨੁੱਖ ਨੂੰ ਨਹੀਂ, ਸਾਰੇ ਜੀਆਂ ਨੂੰ ਮਹਾਰਾਜ ਨੇ ਇੱਥੇ ਵਰਣਨ ਕੀਤਾ ਕਿ ਉਹ ਤਾਂ ਸਾਰੇ ਜੀਆਂ ਨੂੰ ਦਾਨ ਦਿੰਦਾ। ਕਿਵੇਂ ਦਿੰਦਾ ਭਾਈ? ਹੁਣ ਨਹੀਂ ਕਿ ਹੁਣ ਦਿੰਦਾ ਹੈ। ਮਹਾਰਾਜ ਸੱਚੇ ਪਾਤਸ਼ਾਹੀ ਤਾਂ ਫਰਮਾਉਂਦੇ ਨੇ ਕਿ ਪਹਿਲਾਂ ਦਾਨ ਪੈਦਾ ਕਰਦਾ ਤੇ ਫੇਰ ਜੀ ਨੂੰ ਪੈਦਾ ਕਰਦਾ। ਪਹਿਲੋਂ ਦੇਤਾ ਰਜਕ ਸੰਭਾਹਾ, ਪਿੱਛੋਂ ਦੇਤਾ ਜੰਤ ਉਪਾਹਾ। ਜੰਤ ਨੂੰ ਬਾਅਦ ਵਿੱਚ ਪੈਦਾ ਕਰਦਾ, ਪਹਿਲਾਂ ਰਜਕ ਦਾ ਇੰਤਜ਼ਾਮ ਕਰਦਾ। ਇਸ ਵਾਸਤੇ ਅਸੀਂ ਤੇ ਕਮਾਈ ਕਰਦੇ, ਮਨੁੱਖ ਨੂੰ ਸੋਝੀ ਹੈ, ਸਮਝ ਹੈ, ਆਪਣੇ ਰਿਜ਼ਕ ਦਾ ਇੰਤਜ਼ਾਮ ਕਰ ਸਕਦਾ ਹੈ, ਪਰ ਉਹ ਤਾਂ ਪੱਥਰਾਂ ਵਿੱਚ ਪਲ ਰਹੇ ਕੀੜਿਆਂ ਨੂੰ, ਉਹਨਾਂ ਨੂੰ ਵੀ ਰੋਜੀ ਦਿੰਦਾ ਹੈ। ਤੇ ਮਹਾਰਾਜ ਸਾਨੂੰ ਸਮਝਾਉਣ ਵਾਸਤੇ ਫਰਮਾਉਂਦੇ ਨੇ, ਜਲ ਮੈਂ ਜੰਤੋ ਪਾਏ ਕੈ ਤਿੰਨਾ ਪੇ ਰੋਜੀ ਦੇ, ਉੱਥੇ ਹਟ ਨਾ ਚੱਲਈ ਨਾ ਕੋ ਸਾਰ ਕਰੇ। ਕਹਿੰਦੇ ਭਾਈ ਉੱਥੇ ਕੌਣ ਸਾਰ ਸੰਭਾਲ ਕਰਦਾ ਹੈ? ਉੱਥੇ ਵੀ ਜੀਆਂ ਨੂੰ ਰੋਜੀ ਦਿੰਦਾ, ਜਲ ਦੇ ਵਿੱਚ ਵੀ। ਪੋਖਤ ਹੈ ਜਲ ਮੈਂ, ਥਲ ਮੈਂ, ਪਲ ਮੈਂ, ਕਲ ਮੈਂ। ਕਹਿੰਦੇ ਭਾਈ ਜਲ ਦੇ ਵਿੱਚ, ਥਲ ਦੇ ਵਿੱਚ ਤੇ ਆਕਾਸ਼ ਵਿੱਚ, ਸਾਰਿਆਂ ਦੇ ਵਿੱਚ ਮਹਾਰਾਜ ਆਪਾਂ ਨੂੰ ਪਾਲਦਾ ਨਾ, ਉੱਥੇ ਪਾਲਣਾ ਕਰਦਾ ਹੈ। ਇਸ ਵਾਸਤੇ ਪਰਮਾਤਮਾ ਸਾਰੇ ਜੀਆਂ ਨੂੰ ਰਿਜ਼ਕ ਦਿੰਦਾ ਹੈ। ਰਹਾਉ ਅੰਤਰ ਦੇਉ ਨਾ ਜਾਣੈ ਅੰਧ। ਵਿਸਰਾਮ ਦੇ ਕੇ ਸਤਿਗੁਰੂ ਜੀ ਫਰਮਾਉਂਦੇ ਨੇ ਕਿ ਭਾਈ ਪਰਮਾਤਮਾ ਹਰ ਜੀਵ ਦੇ ਅੰਦਰ ਹੈ। ਘਟ ਘਟ ਮੈਂ ਹਰ ਜੂ ਵਸੈ, ਸੰਤਨ ਕਹੂ ਪੁਕਾਰ। ਸਾਡੇ ਹਿਰਦੇ ਵਿੱਚ ਪਰਮਾਤਮਾ ਵਸਦਾ ਹੈ। ਅੰਤਰ ਦਿਓ, ਉਹ ਜਿਹੜਾ ਦੇਵਤਾ ਹੈ, ਉਹ ਜਿਹੜਾ ਪਰਮਾਤਮਾ ਹੈ, ਦਿਓ ਦਿਵ ਦ੍ਰਿਸ਼ਟੀ ਵਾਲਾ ਹੈ, ਉਹ ਸਾਡੇ ਅੰਤਰ ਹੈ, ਜੀਵ ਅੰਤਰ ਦੇ ਅੰਦਰ ਹੈ। ਤਾਂ ਜੇ ਸਾਨੂੰ ਕਿਹਾ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਸੰਭਾਲ, ਤੂੰ ਆਪਣਾ ਮੁੱਢ ਦੇਖ, ਤੂੰ ਆਇਆ ਕਿੱਥੋਂ ਹੈ। ਤੇ ਜੇ ਤੈਨੂੰ ਪਤਾ ਲੱਗੇਗਾ ਕਿ ਪਰਮਾਤਮਾ ਨੇ ਮੈਨੂੰ ਪੈਦਾ ਕੀਤਾ ਤੇ ਫਿਰ ਪਰਮਾਤਮਾ ਕੋਲੋਂ ਹੀ ਆਇਆ ਨਾ। ਤੇ ਇਹ ਆਤਮਾ ਦਾ ਜਿਹੜਾ ਪਰਮਾਤਮਾ ਨਾਲੋਂ ਵਿਛੋੜਾ ਪੈ ਗਿਆ, ਬੰਧ ਪੈ ਗਿਆ, ਵਿਥ ਪੈ ਗਈ, ਇਹਨੂੰ ਨਿਬੇੜਨ ਵਾਸਤੇ ਤਾਂ ਤੈਨੂੰ ਮਨੁੱਖਾ ਜਨਮ ਮਿਲਿਆ ਹੈ। ਇੱਥੇ ਆ ਕੇ ਤੂੰ ਵੇਖਣਾ ਸੀ ਅੰਤਰ ਦਿਓ ਕਿ ਉਹ ਪਰਮਾਤਮਾ ਸਾਡੇ ਮਨ ਅੰਦਰ ਦੇ ਅੰਦਰ ਵਸਿਆ ਹੋਇਆ ਹੈ। ਤੇ ਉਸ ਨੂੰ ਪ੍ਰਾਪਤ ਕਰਨ ਵਾਸਤੇ ਮਹਾਰਾਜ ਨੇ ਸਾਧਨ ਦੱਸੇ ਸਨ ਕਿ ਭਾਈ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ, ਵਾਹਿਗੁਰੂ ਦਾ ਸਿਮਰਨ ਕਰਨਾ, ਤੇ ਫਿਰ ਇੱਥੇ ਹੀ ਬਸ ਨਹੀਂ। ਫਿਰ ਕਹਿੰਦੇ ਚਲਦਿਆਂ ਫਿਰਦਿਆਂ, ਬਹਿੰਦਿਆਂ ਉੱਠਦਿਆਂ, ਕੰਮ ਕਰਦਿਆਂ, ਲੰਗਰ ਤਿਆਰ ਕਰਦਿਆਂ, ਜ਼ਿੰਦਗੀ ਦਾ ਸਵਾਸ ਲੈਂਦਿਆਂ ਵੀ ਮਹਾਰਾਜ ਨੇ ਕਿਹਾ, ਜੇਤੇ ਸਾਸ ਗਰਾਸ ਹਮ ਲੇਤੇ 33 ਹੀ ਗੁਣ ਗਾਈਏ। ਮਹਾਰਾਜ ਤੇ ਇੱਥੋਂ ਤੱਕ ਕਿਹਾ ਭਾਈ ਸਾਸ ਸਿਮਰੂ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ। ਮਹਾਰਾਜ ਨੇ ਤੇ ਸਾਨੂੰ ਭਾਈ ਇਹ ਬੋਲ ਕੇ ਦੱਸਿਆ ਕਿ ਪਰਮਾਤਮਾ ਦਾ ਨਾਮ ਸਿਮਰਨਾ ਤਾਂ ਸਾਡੇ, ਜਦੋਂ ਸਾਡੀ ਚਿੱਤ ਵੀ ਨਹੀਂ ਜੁੜੇਗੀ ਨਾ, ਚਿੱਤ ਦੇ ਖਿਆਲ ਜਿਹੜੇ ਨੇ ਉਹ ਜੁੜ ਜਾਣਗੇ ਪਰਮਾਤਮਾ ਦੇ ਨਾਲ, ਤੇ ਫਿਰ ਉਹ ਸਾਨੂੰ, ਸਾਡੀ ਚਿੰਤਾ ਉਸ ਨੂੰ ਹੋਵੇ ਜਦੋਂ ਸਾਡਾ ਚਿੱਤ ਉਹਦੇ ਨਾਲ ਜੁੜੇਗਾ। ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਭਾਈ ਅਸੀਂ ਬੇਸਮਝੀ ਦੇ ਕਾਰਨ ਉਹਨੂੰ ਦੂਰ ਸਮਝੀ ਬੈਠੇ, ਪੱਥਰਾਂ ਵਿੱਚ ਸਮਝੀ ਬੈਠੇ ਆ। ਉਹ ਤੇ ਸਾਡੇ ਮਨ ਅੰਦਰ ਦੇ ਵਿੱਚ ਹੀ ਵਸਦਾ ਹੈ। ਭ੍ਰਮ ਕਾ ਮੋਹਿਆ ਪਾਵੈ ਫੰਦ। ਕਹਿੰਦੇ ਭਾਈ ਜਿਹੜੇ ਲੋਕ ਆਪ ਭਰਮੇ ਹੋਏ ਨੇ ਨਾ, ਤੇ ਉਹ ਕਹਿੰਦੇ ਆਓ ਸਾਡੇ ਕੋਲ ਆਓ, ਤੁਹਾਨੂੰ ਅਸੀਂ ਬ੍ਰਹਮ ਦਿਖਾ ਦਿਆਂਗੇ, ਤੁਹਾਨੂੰ ਪਰਮਾਤਮਾ ਦੇ ਦਰਸ਼ਨ ਕਰਾ ਦਿਆਂਗੇ, ਤੁਹਾਡਾ ਬੇੜਾ ਪਾਰ ਲਾ ਦਿਆਂਗੇ। ਕਹਿੰਦੇ ਇਸ ਤਰ੍ਹਾਂ ਕਰ ਕਰਕੇ ਉਹ ਭਰਮ ਦੇ ਮਾਰੇ ਹੋਏ ਆਪ ਤੇ ਭਰਮ 'ਚ ਫਸੇ ਹੋਏ ਨੇ। ਹੋਰਨਾਂ ਜੀਵਾਂ ਨੂੰ ਵੀ ਭਰਮ ਦੀਆਂ ਫੰਦੀਆਂ ਪਾ ਕੇ ਭਰਮਾਂ ਵਿੱਚ ਹੀ ਪਾਈ ਜਾਂਦੇ ਨੇ। ਅਥਵਾ ਸਤਿਗੁਰੂ ਜੀ ਕਿਰਪਾ ਕਰਦੇ ਨੇ ਕਿ ਪਰਮਾਤਮਾ ਸਾਡੇ ਅੰਦਰ ਹੈ, ਪਰ ਇਸ ਨੂੰ ਇੱਕ ਭਰਮ ਪਿਆ ਹੋਇਆ, ਭੁਲੇਖਾ ਪਿਆ ਹੋਇਆ ਕਿ ਬਾਹਰ ਹੈ। ਇਸ ਲਈ ਇਹਨੂੰ ਬਾਹਰ ਢੂੰਡਦਾ ਫਿਰਦਾ, ਉੱਥੇ ਪੱਥਰਾਂ 'ਚੋਂ ਵੀ ਲੱਭਦਾ, ਉੱਥੇ ਬਣਾ 'ਚੋਂ ਲੱਭਦਾ, ਦਰਖਤਾਂ ਵਿੱਚੋਂ
ਬਨਸਪਤੀ ਵਿੱਚੋਂ ਲੱਭਦਾ ਹੈ। ਤੇ ਕਹਿੰਦੇ ਹੈ ਉੱਥੇ ਵੀ ਜਰੇ ਜਰੇ ਵਿੱਚ ਵਿਆਪਕ ਹੈ, ਪਰ ਜਿਹੜਾ ਤੂੰ ਭੌਂਦਾ ਫਿਰਦਾ ਤੇਰੇ ਅੰਦਰ ਵੀ ਹੈ। ਭਰਮ ਦਾ ਮਾਰਿਆ ਹੋਇਆ ਇਹ ਭਾਈ ਜੂਨਾਂ ਦੀਆਂ ਫੰਦੀਆਂ ਵਿੱਚ ਹੀ ਅਖੀਰ ਨੂੰ ਫਸ ਜਾਂਦਾ ਹੈ। ਨਾ ਪਾਥਰ ਬੋਲੇ ਨਾ ਕਿਛ ਦੇ। ਉਹ ਕਹਿੰਦੇ ਭਾਈ ਦੱਸੋ ਕਦੇ ਕਿਸੇ ਨੇ ਵੇਖਿਆ ਪੱਥਰ ਬੋਲਦਾ? ਕਹਿੰਦੇ ਨਾ ਇਹ ਬੋਲਿਆ ਨਾ ਕਦੇ ਬੋਲੇਗਾ, ਤੇ ਨਾ ਕਛ ਦੇ, ਨਾ ਤੈਨੂੰ ਕੋਈ ਵਰਦਾਨ ਦੇ ਸਕਦਾ, ਤੈਨੂੰ ਕੁਝ ਦੇ ਵੀ ਨਹੀਂ ਸਕਦਾ। ਫੋਕਟ ਕਰਮ ਨਿਹਫਲ ਹੈ ਸੇਵ। ਇਸ ਕਰਕੇ ਜਿਹੜਾ ਆਪ ਡੁੱਬਿਆ ਹੋਇਆ ਹੈ ਉਹ ਤੈਨੂੰ ਕੀ ਤਾਰ ਦੇਵੇਗਾ? ਇਸ ਲਈ ਭਾਈ ਇਹਨੇ ਨਾ ਬੋਲਣਾ ਹੈ, ਨਾ ਕਦੇ ਬੋਲਿਆ, ਨਾ ਤੈਨੂੰ ਕੋਈ ਵਰਦਾਨ ਦੇ ਸਕਦਾ ਹੈ, ਤੇ ਤੈਨੂੰ ਇਹਨਾਂ ਭਰਮ ਭੁਲੇਖਿਆਂ ਵਿੱਚ ਨਹੀਂ ਪੈਣਾ ਚਾਹੀਦਾ। ਦੇਖੋ ਸਤਿਗੁਰੂ ਜੀ ਨੇ ਗੁਰਸਿੱਖਾਂ ਉੱਤੇ ਬਹੁਤੀ ਵੱਡੀ ਕਿਰਪਾ ਕੀਤੀ। ਇਹ ਨਹੀਂ ਕਿ ਅਸੀਂ ਗੁਰਸਿੱਖ ਹਾਂ, ਅਸੀਂ ਆਪਣੀ ਵਡਿਆਈ ਕਰਦੇ ਹਾਂ, ਸਾਰੇ ਧਰਮ ਚੰਗੇ ਨੇ ਭਾਈ, ਪਰ ਜਦੋਂ ਗੁਰਬਾਣੀ ਪੜਾਂਗੇ ਨਾ ਤੇ ਸਤਿਗੁਰੂ ਪਾਤਸ਼ਾਹ ਜੀ ਇਸ ਗੱਲ ਤੇ ਮੋਹਰ ਲਾਉਂਦੇ ਨੇ, ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਜੋ ਗੁਰਚਰਨੀ ਸਿੱਖ ਪੜ੍ਹਦੇ ਆ। ਕੀ ਅਰਥ ਇਹਦਾ ਭਾਈ? ਸਭ ਤੋਂ ਵੱਡੇ ਭਾਗ ਗੁਰਸਿੱਖਾਂ ਦੇ ਕਿਵੇਂ ਆ? ਸਿੱਖਾਂ ਦੇ ਘਰੇ ਬੱਚਾ ਪੈਦਾ ਹੋਵੇ ਤੇ ਬੱਚਾ 7.5 ਮਹੀਨੇ ਦਾ ਨਹੀਂ ਹੁੰਦਾ, ਅੱਜ ਕੱਲ੍ਹ ਤੇ ਬਹੁਤ ਜਲਦੀ ਲੈ ਜਾਂਦੇ ਨੇ, ਪਹਿਲਾਂ ਕੁਝ ਇਹ ਵਿਚਾਰਾਂ ਹੁੰਦੀਆਂ ਸਨ। ਉਹਦਾ ਇਸ਼ਨਾਨ ਕਰਾ ਕੇ, ਨਵਾ ਕੇ, ਬਸਤਰ ਪਹਿਨ ਕੇ, ਸਭ ਤੋਂ ਪਹਿਲਾਂ ਮਾਤਾ ਪਿਤਾ ਦੇ ਗੁਰਸਿੱਖ ਦੇ ਘਰੇ ਜਿਹੜਾ ਬੱਚਾ ਪੈਦਾ ਹੁੰਦਾ ਨਾ, ਉਹਦੇ ਮਾਤਾ ਪਿਤਾ ਦਾ ਮਨ ਦਾ ਖਿਆਲ ਕੀ ਹੁੰਦਾ ਵੀ ਆਪਾਂ ਚੱਲੋ ਗੁਰਦੁਆਰਾ ਸਾਹਿਬ, ਇਸ ਬੱਚੇ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਮੱਥਾ ਟਿਕਾ ਕੇ ਲਿਆਈ। ਕਿੰਨੇ ਵੱਡੇ ਭਾਗਾਂ ਵਾਲਾ ਉਹ ਗੁਰਸਿੱਖਾਂ ਦਾ ਬੱਚਾ ਹੈ, ਬੱਚੀ ਹੈ, ਜਿਹਨੂੰ ਹਲੇ ਹੋਰ ਦੁਨੀਆ ਦੀ ਸਮਝ ਨਹੀਂ, ਪਰ ਉਹ ਮੱਥਾ ਟੇਕਣ ਆ ਰਹੀ ਹੈ ਪੂਰੇ ਗੁਰੂ ਨੂੰ, ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ। ਇਦੋਂ ਵੱਡੇ ਭਾਗ ਕੀ ਹੋ ਸਕਦੇ ਭਾਈ? ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਡੇ ਵਾਸਤੇ ਕਿਰਪਾ ਕੀਤੀ। ਜਿੱਥੇ ਸਾਡੇ ਮਨ ਦੇ ਰੋਗ, ਤਨ ਦੇ ਰੋਗ, ਜਨਮਾਂ ਜਨਮਾਂਤਰਾਂ ਦੇ ਰੋਗ ਦੂਰ ਕਰਨ ਵਾਸਤੇ ਸਤਿਗੁਰੂ ਜੀ ਨੇ ਪ੍ਰਤੱਖ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭੰਡਾਰੇ ਖੋਲ ਦਿੱਤੇ। ਪ੍ਰਤੱਖ ਹੁਣੀ ਆਪਾਂ ਪਿਛਲੇ ਹਫ਼ਤਾ ਸਾਰਾ ਹੀ ਹਫ਼ਤਾ ਗੁਰਸਿੱਖ ਬਰੂਕੇ ਸਿੱਖਾਂ ਨੇ ਥਾਵਾਂ ਥਾਵਾਂ ਤੇ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਅਵਤਾਰ ਪੁਰਬ ਮਨਾਇਆ। ਜੇ ਬੜੇ ਵਿਦਵਾਨਾਂ ਨੇ ਰੰਗ ਬੰਨੇ ਭਾਈ, ਬਹੁਤ ਸੋਹਣਾ ਸਤਿਗੁਰੂ ਜੀ ਦਾ ਇਤਿਹਾਸ ਜਿਹੜਾ ਸਾਰਥਕ ਗੁਰਸਿੱਖਾਂ ਦੇ ਮਨ ਵਿੱਚ ਵਸਣਾ ਚਾਹੀਦਾ ਹੈ, ਉਹ ਸਾਨੂੰ ਉਪਦੇਸ਼ ਸੁਣਾਇਆ। ਜਦੋਂ ਆਪਾਂ ਜਰਾ ਕੁ ਵੀ ਧਿਆਨ ਮਾਰਾਂਗੇ ਨਾ, ਕਿਉਂਕਿ ਬਹੁਤਾ ਸਮਾਂ ਨਹੀਂ ਮੈਂ ਇਸ ਪਾਸੇ ਜਾ ਸਕਾਂ, ਜਰਾ ਕਿ ਧਿਆਨ ਮਾਰਾਂਗੇ ਨਾ, ਪ੍ਰਤੱਖ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਭੰਡਾਰੇ ਖੋਲ੍ਹਤੇ ਕਿ ਗੁਰਸਿੱਖੋ, ਜਦੋਂ ਵੀ ਤੁਸੀਂ ਮਨ ਵਿੱਚ ਕੋਈ ਨਿਰਾਸ਼ਾ ਆਵੇ, ਮਨ ਵਿੱਚ ਕੋਈ ਇਹੋ ਜਿਹਾ ਦੁੱਖ ਆਵੇ, ਤਕਲੀਫ ਆਵੇ, ਕੇਵਲ ਸਰੀਰਕ ਨਹੀਂ, ਕਿਉਂਕਿ ਇਹਨੂੰ ਨਥਾਵਿਆਂ ਦਾ ਥਾ, ਨਿਮਾਣਿਆਂ ਦਾ ਮਾਣ, ਨਿਓਟਿਆਂ ਦੀ ਓਟ ਕਿਉਂ ਕਿਹਾ ਗਿਆ? ਸਾਧ ਸੰਗਤ, ਸਾਡੇ ਕੇਵਲ ਮਨ ਦੀ ਨਿਰਾਸ਼ਾ ਹੋਵੇ, ਅਸੀਂ ਪਰਿਵਾਰ ਵਿੱਚੋਂ ਡਿੱਗਦੇ ਜਾਈਏ, ਸਮਾਜ ਵਿੱਚੋਂ ਡਿੱਗਦੇ ਜਾਈਏ, ਸਾਡਾ ਆਪਣਾ ਆਪ ਆਪਣੇ ਆਪ ਨੂੰ ਨਮੋਸ਼ੀ ਭਰਿਆ ਦਿਸੇ, ਇਸ ਹਾਲਾਤ ਵਿੱਚ ਵੀ ਜੇ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਦਰ ਤੇ ਜਾ ਕੇ ਅਸੀਂ ਉਹਦੇ ਬਣ ਜਾਈਏ ਨਾ ਕਿ ਮਹਾਰਾਜ ਤੂੰ ਸਾਨੂੰ ਬਖਸ਼ਣਹਾਰਾ ਹੈ, ਤੂੰ ਬਖਸ਼ਿੰਦ ਹੈ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਿਰ ਵੀ ਐਸੋ ਜੀ ਢੋਈ ਦਿੰਦਾ, ਇਹੋ ਜਿਹਾ ਆਸਰਾ ਦਿੰਦਾ ਹੈ ਕਿ ਸਾਰੀਆਂ ਉਹਦੀਆਂ ਨਿਰਾਸ਼ਤਾਵਾਂ ਸਾਰੀਆਂ ਦੂਰ ਕਰ ਦਿੰਦਾ। ਤੇ ਫਿਰ ਦੇਖੋ ਪ੍ਰਤੱਖ ਜਿਹੜਾ ਸਤਿਗੁਰੂ ਜੀ ਨੇ ਫਰਮਾਇਆ ਨਾ, ਡਿੱਠੇ ਸਭੇ ਥਾਵ ਨਹੀਂ ਤੁਧ ਜਿਹੇ ਆ, ਇਹ ਸਾਨੂੰ ਖੁਸ਼ ਕਰਨ ਵਾਸਤੇ ਕਿਹਾ ਮਹਾਰਾਜ ਨੇ? ਨਹੀਂ ਭਾਈ, ਕਦੇ ਧਿਆਨ ਮਾਰ ਕੇ ਵੇਖੋ ਕਿ ਇੱਕ ਪਾਸੇ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ, ਇਸ
ਅਸਥਾਨ ਦੀ ਨਿਸ਼ਾਨਦੇਹੀ ਕਰਦੇ ਨੇ। ਕੌਣ ਕਰਦੇ ਨੇ? ਜਿਹੜੇ ਆਪ ਇਸ ਸੰਸਾਰ ਵਿੱਚ ਰੱਬ ਰੂਪ ਵਿੱਚ ਆਏ ਨੇ ਭਾਈ। ਪੰਜ ਭੂਤਕ ਸਰੀਰ ਵਿੱਚ ਆਪ ਪਰਮਾਤਮਾ ਆਇਆ। ਇਹ ਮੈਂ ਵਡਿਆਈ ਨਾਲ ਨਹੀਂ ਕਹਿ ਰਿਹਾ, ਇਹ ਤੇ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਡੇ ਨੂੰ ਮੋਹਰ ਲਾ ਕੇ ਦਿੰਦੀ। ਆਪ ਨਾਰਾਇਣ ਕਲਾ ਤਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਸੰਸਾਰ ਵਿੱਚ ਰੱਬ ਰੂਪ ਆਏ ਤੇ ਫਿਰ ਉਸੇ ਜੋਤ ਨੇ ਆ ਕੇ ਇਸ ਸਥਾਨ ਦੀ ਨਿਸ਼ਾਨਦੇਹੀ ਕੀਤੀ, ਪ੍ਰਬੰਧ ਕੀਤਾ ਕਿ ਇੱਥੇ ਤਾਲ ਹੋਣਾ ਚਾਹੀਦਾ, ਇੱਥੇ ਸਰੋਵਰ ਹੋਣਾ ਚਾਹੀਦਾ ਹੈ। ਤੇ ਫਿਰ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪ ਜਦੋਂ ਜੋਤ ਗੁਰੂ ਰਾਮਦਾਸ ਵਿੱਚ ਆਈ ਤਾਂ ਫਿਰ ਸਿਰ ਤੇ ਆਪ ਟੋਕਰੀਆਂ ਚੱਕ ਕੇ ਹੱਥ ਵਿੱਚ ਕਈਆਂ ਫੜ ਕੇ ਇਹਦੀ ਖੁਦਾਈ ਕੀਤੀ ਮਹਾਰਾਜ ਨੇ ਰਾਮਦਾਸ ਸਰੋਵਰ ਦੀ। ਬੜੇ ਗੁਰਸਿੱਖ ਸੀ ਜਿਹੜੇ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਆਪਾਂ ਨਿਸ਼ਾਵਰ ਕਰਨ ਵਾਲੇ ਸਨ, ਉਹਨਾਂ ਤੋਂ ਵੀ ਸੇਵਾ ਕਰਵਾ ਸਕਦੇ ਸਨ। ਪਰ ਜਿਹੜੀ ਚੀਜ਼ ਰੱਬ ਨੇ ਆਪ ਲੱਭੀ, ਆਪ ਤਿਆਰ ਕੀਤੀ, ਹੱਥੀਂ ਕਈ ਫੜ ਕੇ ਆਪ ਉਹਦੀ ਖੁਦਾਈ ਕੀਤੀ ਤੇ ਉਸੇ ਹੀ ਸਥਾਨ ਤੇ ਫਿਰ ਸਾਧ ਸੰਗਤ ਜੀ ਪੰਜਵੀਂ ਜੋਤ ਨੇ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਸੇ ਤਲਾਬ ਦੇ ਵਿਚਕਾਰ ਜਾ ਕੇ ਅੰਮ੍ਰਿਤ ਸਰੋਵਰ ਦੇ ਵਿੱਚ ਹਰਮੰਦਰ ਸਾਹਿਬ ਦੀ ਨੀਂਹ ਰੱਖੀ, ਹਰਮੰਦਰ ਸਾਹਿਬ ਤਿਆਰ ਕਰ ਦਿੱਤਾ। ਤਿੰਨ ਗੁਰੂ ਸਾਹਿਬਾਨਾਂ ਨੇ ਆਪਣੇ ਹੱਥੀਂ ਇਹ ਕਾਰਜ ਸਿਰਜਿਆ। ਫਿਰ ਅੱਜ ਤੱਕ ਕੀ ਕਲਾ ਵਰਤਦੀ ਆਪਾਂ ਨੂੰ ਕੋਈ ਭੁੱਲ ਹੈ ਭਾਈ? ਆਪਾਂ ਰੋਜ਼ ਖਬਰਾਂ ਸੁਣਦੇ ਆ, ਰੋਜ਼ ਸਤਿਗੁਰੂ ਦੇ ਨਜ਼ਾਰੇ ਬਖਸ਼ਦੇ ਦੇਖਦੇ ਆ। ਕਿਸੇ ਗੁਰਸਿੱਖ ਸ਼ਰਧਾ ਵਾਲੇ ਦੀਆਂ ਅੱਖਾਂ ਦੀ ਜੋਤ ਗਈ ਹੋਈ ਵਾਪਸ ਆ ਰਹੀ ਹੈ। ਕਿਸੇ ਦਾ ਸਾਧ ਸੰਗਤ ਜੀ ਕੈਂਸਰ ਵਰਗੇ ਰੋਗ ਦੂਰ ਹੋਏ, ਕੈਂਸਰ ਵਰਗੇ ਸਾਡੇ ਸਾਹਮਣੇ ਹੋਏ। ਇਹ ਨਹੀਂ ਕਿ ਉਦੋਂ ਬੀਬੀ ਰਜਨੀ ਦੇ ਪਤੀ ਨੂੰ ਮਹਾਰਾਜ ਨੇ ਤੰਦਰੁਸਤ ਕਰਤਾ ਤੇ ਗੱਲ ਮੁੱਕ ਗਈ। ਨਹੀਂ, ਉਹ ਤੇ ਇੱਕ ਗੱਲ ਉਜਾਗਰ ਕੀਤੀ ਕਿ ਇੱਥੇ ਇਹ ਸ਼ਕਤੀਆਂ ਵਰਤਦੀਆਂ ਨੇ। ਤੇ ਸਤਿਗੁਰੂ ਪਾਤਸ਼ਾਹ ਜੀ ਤੋਂ ਬਾਣੀ ਪੜ੍ਹਦੇ ਆ ਨਾ ਤੇ ਭੱਟ ਪ੍ਰਤੱਖ ਕਹਿੰਦੇ ਨੇ ਅਮੇ ਉਹ ਦ੍ਰਿਸ਼ਟ ਸ਼ੁਭ ਕਰੈ ਹਰੈ ਅਗ ਪਾਪ ਸਗਲ ਮਲ। ਕਹਿੰਦੇ ਧੰਨ ਗੁਰੂ ਰਾਮਦਾਸ ਮਹਾਰਾਜ ਜਦੋਂ ਅੰਮ੍ਰਿਤ ਦ੍ਰਿਸ਼ਟੀ ਤਾਕੀ ਲੈਣ, ਮੇਰ ਦੀ ਨਜ਼ਰ ਹੀ ਹੋ ਜਾਵੇ ਤੇ ਫਿਰ ਸਾਰੇ ਪਾਪ ਹਰ ਦਿੰਦਾ, ਖਤਮ ਕਰ ਦਿੰਦਾ। ਅਮੇ ਉਹ ਦ੍ਰਿਸ਼ਟ ਸ਼ੁਭ ਕਰੈ ਹਰੈ ਅਗ ਪਾਪ ਸਗਲ ਮਲ, ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੈ ਬਲ। ਅਸੀਂ ਬਥੇਰਾ ਜ਼ੋਰ ਲਾ ਲਈਏ, ਵੱਡੇ ਵੱਡੇ ਪੁਰਖ, ਵੱਡੇ ਵੱਡੇ ਦੇਵਤੇ, ਜੋਗੀ, ਸੱਧ ਪਰੀ ਜੀਤ, ਜਿੰਨੇ ਕੁ ਭਾਈ ਹੋਰ ਜਤੀ ਸਤੀ ਆਪਣੇ ਆਪ ਨੂੰ ਮੰਨਦੇ ਸਨ, ਜਦੋਂ ਪਰਖਾਂ ਹੋਈਆਂ ਤੇ ਇਹ ਇਹਨਾਂ ਵਕਾਰਾਂ ਵਿੱਚ ਹੀ ਗਰਕਦੇ ਹੋਏ ਨਜ਼ਰ ਆਉਂਦੇ ਨੇ। ਪਰ ਮਹਾਰਾਜ ਕਹਿੰਦੇ ਕਾਮ ਕ੍ਰੋਧ ਵਸ ਕਰੈ, ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੈ ਬਲ, ਸਦਾ ਸੁਖ ਮਨ ਮੈਂ ਵਸੈ ਦੁੱਖ ਸੰਸਾਰੈ ਖੋਵੈ। ਗੁਰ ਨਾਨਕ ਦਰਿਆਓ ਜਨਮ ਹਮ ਕਾਲ ਖਤੋਵੈ। ਮਹਾਰਾਜ ਸੱਚੇ ਪਾਤਸ਼ਾਹ ਜੀ ਐਸੀ ਦ੍ਰਿਸ਼ਟੀ ਕਰ ਦਿੰਦੇ ਨੇ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਏਡਾ ਵੱਡਾ ਵਰਦਾਨ ਜਿਹਦੇ ਵਾਸਤੇ ਸਤਿਗੁਰੂ ਪਾਤਸ਼ਾਹ ਜੀ ਨੇ ਇਹ ਬਖਸ਼ਾਂ ਕੀਤੀਆਂ, ਰਹਿਮਤਾਂ ਕੀਤੀਆਂ, ਤੇ ਉਹੋ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਧੰਨ ਗੁਰੂ ਰਾਮਦਾਸ ਮਹਾਰਾਜ ਹੈ, ਜਿਹਦੇ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਿੰਨਾ ਗੁਰਾਂ ਦੀ ਤੁਸੀਂ ਗੱਲ ਕਰਦੇ ਹੋ। ਕਹਿੰਦੇ ਉਹ ਗੁਰੂ ਕਿਹੜਾ ਹੈ? ਕਹਿੰਦੇ ਸੋਈ ਰਾਮਦਾਸ ਗੁਰ ਬਲ ਭਣ, ਮਿਲ ਸੰਗਤ ਧੰਨ ਧੰਨ ਕਰੋ। ਸਾਰੀ ਸੰਗਤ ਗੱਜ ਕੇ ਆਖੋ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਏਡੀ ਵੱਡੀ ਕਿਰਪਾ। ਤੇ ਫਿਰ ਕੀ ਹੋਇਆ ਭਾਈ? ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪ੍ਰਤੱਖ ਸਰੋਵਰ ਰਚ ਕੇ ਫਿਰ ਬਾਣੀ ਰਚ ਦਿੱਤੀ। ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ, ਜਿਹਦੇ ਨਾਲ ਗੁਰੂ ਕੇ ਸਿੱਖ ਸ਼ਰਧਾਵਾਨ ਆਪਾਂ ਵੇਖਿਆ ਨਾ, ਦੂਰੋਂ ਦਰਿੱਡਿਆਂ ਤੋਂ ਜਾਂਦੇ ਨੇ, ਉੱਥੇ ਟੂਟੀਆਂ ਲੱਗੀਆਂ ਹੋਈਆਂ, ਪਹਿਲਾਂ ਤਾਂ ਘਰੋਂ ਹੀ ਇਸ਼ਨਾਨ ਕਰਕੇ ਜਾਂਦੇ ਨੇ, ਉਹ ਜਾ ਕੇ ਸਰੋਵਰ 'ਚ ਇਸ਼ਨਾਨ ਕਰਦੇ ਨੇ। ਤੇ ਜੇ ਭਾਈ ਲੋੜ ਸਮਝਣ ਕਿ ਸਾਨੂੰ ਫਿਰ ਦੁਬਾਰਾ ਪੰਜ ਇਸ਼ਨਾਨ ਕਰਨ ਦੀ ਜ਼ਰੂਰਤ ਹੈ ਪਹਿਲਾਂ, ਤੇ ਫਿਰ ਟੂਟੀਆਂ ਤੇ ਇਸ਼ਨਾਨ ਕਰਦੇ ਨੇ, ਫਿਰ ਸਰੋਵਰ 'ਚ ਅੰਮ੍ਰਿਤ ਸਰੋਵਰ 'ਚ ਜਾ ਕੇ ਇਸ਼ਨਾਨ ਕਰਦੇ।
ਇਹ ਸ਼ਰਧਾ ਗੁਰਸਿੱਖਾਂ ਦੀ ਭਾਵਨਾ ਬਣੀ ਹੋਈ ਹੈ। ਤੇ ਫਿਰ ਭਾਈ ਉੱਥੇ ਸਾਰੇ ਹੀ ਦੁੱਖ ਦਲਿੱਦਰ ਦੂਰ ਹੁੰਦੇ ਨੇ। ਅੱਜ ਇਹ ਕਲਾ ਸਭ ਵਰਦੀ ਆ। ਤੇ ਜੇ ਅੱਜ ਵੀ ਸ਼ੱਕ ਕਰੀਏ, ਕਿਹਦੇ ਤੇ ਸ਼ੱਕ ਕਰਦੇ? ਗੁਰੂ ਤੇ। ਜਿਹੜੀ ਪ੍ਰਤੱਖ ਕਲਾ ਵਰਤ ਰਹੀ ਉਹਦੇ ਤੇ ਸ਼ੱਕ ਕਰਦੇ ਆ। ਤੇ ਫਿਰ ਇਹਨੂੰ ਕਹਿ ਰਹੇ ਆ ਕਿ ਇਹ ਅੰਮ੍ਰਿਤ ਨਹੀਂ, ਇਹ ਸ਼ਕਤੀ ਨਹੀਂ, ਇਹ ਤੇ ਪਾਣੀ ਆ, ਇਹਨੂੰ ਕਹਿ ਰਹੇ ਆ। ਨਾ ਭਾਈ, ਸਤਿਗੁਰੂ ਸੱਚੇ ਪਾਤਸ਼ਾਹ ਦੀਆਂ ਬਖਸ਼ਿਸ਼ ਪ੍ਰਤੱਖ ਵਰਖਾ ਹੋ ਰਹੀ ਬਖਸ਼ਾਂ ਦੀ, ਉਹਨਾਂ ਬਖਸ਼ਾਂ ਵਿੱਚੋਂ ਜੇ ਝੋਲੀ ਭਰਨੀ ਆ ਤੇ ਫਿਰ ਸ਼ਰਧਾ ਭਾਵਨਾ ਸਤਿਗੁਰੂ ਸੱਚੇ ਪਾਤਸ਼ਾਹੀ ਦੇ ਦਰ ਤੇ ਨੀਵੇਂ ਹੋ ਕੇ ਉਪਦੇਸ਼ ਲੈਣ ਵਾਸਤੇ ਜਾਵਾਂਗੇ ਤੇ ਸਤਿਗੁਰੂ ਰਹਿਮਤ ਕਰਨਗੇ। ਤੇ ਜੇ ਭਾਈ ਤਰਕਾਂ ਦੇ ਵਿੱਚ ਹੀ ਰਹਿ ਗਏ ਤੇ ਫਿਰ ਤਾਂ ਆਪਣਾ ਸਮਾਂ ਖਰਾਬ ਹੋਵੇਗਾ। ਇਸ ਵਾਸਤੇ ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਭਾਈ ਸਾਡਾ ਜਿਹੜਾ ਮਾਲਕ ਹੈ ਉਹ ਤਾਂ ਸਾਰਿਆਂ ਦੇ ਹਿਰਦਿਆਂ ਵਿੱਚ ਵਸਿਆ ਹੋਇਆ, ਸਭ ਨੂੰ ਦਾਨ ਦੇਣ ਵਾਲਾ ਹੈ। ਜੇ ਮਿਰਤਕ ਕਉ ਚੰਦਨ ਚੜਾਵੇ। ਉਹ ਕਹਿੰਦੇ ਭਾਈ ਪੱਥਰਾਂ ਦੀ ਸੇਵਾ ਕੀ ਹੈ? ਇੱਕ ਪਾਸੇ ਤਾਂ ਗੁਰੂ ਦੀ ਸੇਵਾ, ਜਿੱਥੋਂ ਪ੍ਰਤੱਖ ਗੁਰੂ ਕੇ ਸਿੱਖ ਨਾਮ ਜਪਣ ਵਾਲੇ ਭਾਈ ਆਪ ਉਸ ਨਜ਼ਾਰੇ ਵਿੱਚ ਪਹੁੰਚ ਜਾਂਦੇ ਨੇ, ਉਸ ਬਖਸ਼ਿਸ਼ ਦੇ ਵਿੱਚ ਭੇਦ ਹੋ ਜਾਂਦੇ ਨੇ। ਤੇ ਫਿਰ ਉਹ ਬਖਸ਼ਿਸ਼ਾਂ ਦੇ ਭੰਡਾਰੇ ਨੂੰ ਖੋਲ ਕੇ ਹੋਰ ਬਖਸ਼ਿਸ਼ਾਂ ਕਰਨ ਦੇ ਸਮਰੱਥ ਵੀ ਹੋ ਜਾਂਦੇ। ਇਹ ਗੁਰੂ ਕੇ ਪਿਆਰਿਆਂ ਦੀਆਂ ਨਿਸ਼ਾਨੀਆਂ ਭਾਈ। ਕਿਉਂਕਿ ਐਸੀ ਬਖਸ਼ਿਸ਼ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਜਿਹੜਾ ਏਡਾ ਵੱਡਾ ਖਜ਼ਾਨਾ ਨਾ ਗੁਰੂ ਦਾ, ਇਹਦੇ 'ਚ ਝਾਤੀ ਤੇ ਮਾਰੋ। ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰੇ ਮਨ ਭਾਇਆ ਨਿਧਾਨਾ। ਰਤਨ ਲਾਲ ਜਾ ਕਾ ਕਛੂ ਨ ਮੋਲ, ਭਰੇ ਭੰਡਾਰ ਅਖੂਟ ਤੋਲ। ਖਾਵੋ ਖਰਚੋ ਰਲ ਮਿਲ ਭਾਈ, ਤੋਟ ਨ ਆਵੇ ਵਾਧੋ ਜਾਏ। ਕਹੋ ਨਾਨਕ ਜਿਨ ਮਸਤਕ ਲੇਖ ਲਿਖਾਏ, ਸੋ ਏਤ ਖਜ਼ਾਨੇ ਲਿਆ ਰਲਾਏ। ਕਹਿੰਦੇ ਭਾਈ ਜਦੋਂ ਮਸਤਕ ਦੇ ਲੇਖ ਬੜੇ ਸ਼ੁਭ ਜਪਿਆ ਹੋਇਆ ਨਾਮ, ਕੀਤੀ ਹੋਈ ਸੇਵਾ, ਮਹਾਰਾਜ ਤੇ ਰੱਖੀ ਟੁੱਟ ਸ਼ਰਧਾ, ਤੇ ਫਿਰ ਕਹਿੰਦੇ ਇਸ ਖਜ਼ਾਨੇ ਦਾ ਭਾਈਵਾਲ ਬਣਾ ਲਵਾਂਗੇ। ਫਿਰ ਬਾਬਾ ਬੁੱਢਾ ਜੀ ਵਰਗੇ ਬ੍ਰਹਮ ਗਿਆਨੀ ਮਹਾਂਪੁਰਖ ਆਪ ਵੀ ਗਾਂ ਬਖਸ਼ਾਂ ਦੀਆਂ ਝੋਲੀਆਂ ਭਰ ਸਕਦੇ ਨੇ, ਕਿਉਂਕਿ ਉਹ ਖਜ਼ਾਨੇ ਵਿੱਚ ਭਾਈਵਾਲ ਬਣ ਗਏ। ਵੱਡੇ ਖਜ਼ਾਨੇ ਵਿੱਚ ਉਹ ਖਜ਼ਾਨਚੀ ਬਣ ਗਏ ਗੁਰੂ ਦੇ ਖਜ਼ਾਨੇ ਦੇ। ਇਸ ਵਾਸਤੇ ਭਾਈ ਸਤਿਗੁਰੂ ਕਹਿੰਦੇ ਇਹਨਾਂ ਬਖਸ਼ਾਂ ਵੱਲ ਵੇਖੋ, ਇਹਨਾਂ ਬਖਸ਼ਾਂ ਦਾ ਧਿਆਨ ਧਰੋ। ਤੇ ਹੁਣ ਫਰਮਾਉਂਦੇ ਨੇ, ਕਹਿੰਦੇ ਭਾਈ ਪੱਥਰਾਂ ਦੀ ਹਾਲਤ ਕੀ ਹੈ? ਕਹਿੰਦੇ ਜੇ ਮਿਰਤਕ ਬੰਦੇ ਨੂੰ ਚੰਦਨ ਦੇ ਨਾਲ ਉਹਦੀ ਲੇਪ ਕਰ ਦੋ, ਉਹਦੇ ਤੇ ਬਹੁਤ ਸਾਰਾ ਅਤਰ ਫੇਲ ਛਿੜਕੋ, ਉਹਦੀ ਪੂਜਾ ਕਰੋ, ਮਹਿੰਗੇ ਤੋਂ ਮਹਿੰਗੇ ਪਦਾਰਥ ਲਿਆ ਕੇ ਉਹਦੀ ਉਪਾਸਨਾ ਕਰੋ, ਕਹਿੰਦੇ ਭਾਈ ਉਹਦਾ ਕੋਈ ਲਾਭ ਨਹੀਂ ਹੋਣਾ। ਉਸ ਤੇ ਕਹੋ ਕਵਨ ਫਲ ਪਾਵੈ। ਫਿਰ ਕਹਿੰਦੇ ਭਾਈ ਮਿਰਤਕ ਤੋਂ ਦੱਸੋ, ਕੋਈ ਮਿਰਤੂ ਸਰੀਰ ਪਿਆ ਹੋਵੇ, ਉਹਦੇ ਚੰਦਨ ਲੇਪ ਵੀ ਹੋ ਜਾਣ, ਧੂਫਾਂ ਧਖਾਈਆਂ ਜਾਣ, ਉਹਦੀ ਪੂਜਾ ਹੋ ਜਾਵੇ, ਦੱਸੋ ਕੀ ਫਲ ਪਾਓਗੇ? ਕੋਈ ਫਲ ਪ੍ਰਾਪਤ ਕਰ ਲਵੋਗੇ? ਕਹਿੰਦੇ ਇਹੀ ਹਾਲਤ ਹੈ ਪੱਥਰਾਂ ਦੀ। ਪੱਥਰ ਵੀ ਇੱਕ ਮਿਰਤਕ ਹਨ, ਤੇ ਇਹਨਾਂ ਨੂੰ ਛੈਣੀਆਂ ਨਾਲ ਘੜ ਦੇਵੋ, ਮੂਰਤੀਆਂ ਬਣਾ ਲਵੋ। ਇਸੇ ਤਰ੍ਹਾਂ ਹੀ ਕਹਿੰਦੇ ਇਹ ਮਿਰਤਕ ਸਰੀਰ ਹੈ। ਇੱਕ ਉਦਾਹਰਨ ਦਿੰਦੇ ਨੇ, ਕਹਿੰਦੇ ਇਹਨੂੰ ਚੰਦਨ ਦਾ ਲੇਪ ਕਰਕੇ ਦੱਸੋ ਇਹ ਤੋਂ ਕੀ ਫਲ ਦੀ ਪ੍ਰਾਪਤੀ ਤੁਹਾਨੂੰ ਬ੍ਰਹਮ ਗਿਆਨੀ ਦੀ ਦਾਤ ਦੇ ਦੇਵੇਗਾ। ਇਹ ਤੁਹਾਨੂੰ ਕੋਈ ਉਪਦੇਸ਼ ਬਖਸ਼ ਦੇਵੇਗਾ, ਤੁਹਾਨੂੰ ਸਿੱਧੇ ਮਾਰਗ ਦੇ ਤੋਰ ਦੇਵੇਗਾ, ਤੁਹਾਨੂੰ ਵਰਜੇਗਾ ਬੁਰੇ ਕਰਮਾਂ ਤੋਂ। ਮਿਰਤਕ ਕੀ ਕਰੇਗਾ? ਮਿਰਤਕ ਦੇ ਕੁਝ ਕਰ ਸਕਦੀ ਆ? ਨਹੀਂ। ਕਹਿੰਦੇ ਭਾਈ ਇਹ ਤੋਂ ਕੋਈ ਫਲ ਪ੍ਰਾਪਤ ਨਹੀਂ ਕਰ ਸਕਦੇ। ਜੇ ਮਿਰਤਕ ਕਉ ਬਿਸਟਾ ਮਾਹੇ ਰੁਲਾਈ। ਇਹਦੇ ਉਲਟ ਕਹਿੰਦੇ ਭਾਈ ਜੇ ਮਿਰਤਕ ਦੇਹ ਨੂੰ ਤੁਸੀਂ ਗੰਦਗੀ ਦੇ ਵਿੱਚ ਰਲਾ ਦਿਓ, ਉਹਦੇ ਉੱਪਰ ਗੰਦਗੀ ਮਲ ਦਿਓ, ਤੇ ਜੇ ਇਹੋ ਜੀ ਭਾਵਨਾ ਵੀ ਮਨ ਵਿੱਚ ਹੋਵੇ ਤਾਂ ਮਿਰਤਕ ਕਾ ਕਿਆ ਘਟ ਜਾਈ। ਫਿਰ ਕਹਿੰਦੇ ਭਾਈ ਉਹਦਾ ਕੁਝ ਘਟਣ ਨਹੀਂ ਲੱਗਾ। ਜੇ ਉਹਦੇ ਤੇ ਚੰਦਨ ਦੀ ਲੇਪ ਕਰੋਗੇ, ਜੇ ਉਹਦੀ ਪੂਜਾ ਵਾਸਤੇ ਇਹੋ ਜਿਹੇ ਸੁਗੰਧੀਆਂ ਮਲੋਗੇ, ਤੇ ਉਦੋਂ ਕੁਝ ਪ੍ਰਾਪਤੀ ਨਹੀਂ ਹੋਣੀ ਮਿਰਤਕ ਤੋਂ। ਤੇ ਜੇ ਉਹਨੂੰ ਗੰਦਗੀ ਵਿੱਚ ਰਲਾ ਦੋਗੇ ਤਾਂ ਉਹਦਾ ਕੁਝ ਘਟਣ ਨਹੀਂ ਲੱਗਾ। ਕਹਿਤ ਕਬੀਰ ਹਉ ਕਹੋ ਪੁਕਾਰ। ਭਗਤ ਕਬੀਰ ਜੀ ਕਹਿੰਦੇ ਭਾਈ ਇਹ ਗੱਲ ਕੋਈ ਛੁਪੀ ਹੋਈ ਤਾਂ ਹੈ ਨਹੀਂ। ਅਸੀਂ ਤੇ ਡਾਂਕੇ ਦੀ ਚੋਟ ਤੇ ਕਹਿੰਦੇ ਆ, ਸਾਰਿਆਂ ਨੂੰ ਪੁਕਾਰ ਕੇ। ਭਗਤ ਕਬੀਰ ਜੀ
ਜਿਨ੍ਹਾਂ ਨੇ ਪਖੰਡ ਦਾ ਬੜਾ ਖੰਡਨ ਕੀਤਾ, ਮਨੁੱਖਤਾ ਨੂੰ ਸਿੱਧੇ ਰਾਹ ਤੋਰਨ ਵਾਸਤੇ। ਤਾਂ ਹੀ ਤੇ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਇਸ ਬਾਣੀ ਨੂੰ ਤੁਰਕੀ ਬਾਣੀ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਗ੍ਹਾ ਦੇ ਕੇ ਬਰਾਬਰਤਾ ਦੇ ਦਿੱਤੀ। ਕਹਿੰਦੇ ਅਸੀਂ ਤੇ ਭਾਈ ਡੰਕੇ ਦੀ ਚੋਟ ਤੇ ਕੋਈ ਲੁਕ ਛਿਪ ਕੇ ਨਹੀਂ ਕਿ ਸਾਡੇ ਨਾਲ ਕੋਈ ਨਾਰਾਜ਼ ਹੋ ਜਾਵੇਗਾ, ਸਾਡੇ ਤੇ ਕੋਈ ਗੁੱਸਾ ਕਰੇਗਾ, ਨਹੀਂ, ਇਹ ਗੱਲ ਨਹੀਂ। ਕਹਿੰਦੇ ਗੱਲ ਜਿਹੜੀ ਸੱਚੀ ਹੈ, ਜਿਹੜੀ ਮਨੁੱਖਤਾ ਦੇ ਭਲੇ ਵਾਸਤੇ ਹੈ, ਇਹ ਤਾਂ ਅਸੀਂ ਪੁਕਾਰ ਕੇ ਡੰਕੇ ਦੀ ਚੋਟ ਤੇ ਕਹਿੰਦੇ ਹਾਂ। ਸਮਝ ਦੇਖ ਸਾਖਤ ਗਾਵਾਰ। ਕਹਿੰਦੇ ਭਾਈ ਇਸ ਗੱਲ ਨੂੰ ਸਮਝ ਲੈ ਤੇ ਦੇਖ, ਫਿਰ ਗੱਲ ਨੂੰ ਸਮਝ ਕੇ ਨਾ ਉਹਦਾ ਐਨਾਲਿਸਿਸ ਕਰ ਵੀ ਮੈਂ ਜੋ ਸਮਝਿਆ ਹੈ ਇਹ ਮੇਰੇ ਭਲੇ ਵਾਸਤੇ ਹੈ ਕਿ ਮੇਰੇ ਨੁਕਸਾਨ ਵਾਸਤੇ ਹੈ। ਜਦੋਂ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ ਜਿਹੜੇ ਦਮਦਮੀ ਟਕਸਾਲ ਦੇ 13ਵੇਂ ਮੁਖੀ ਹੋਇਆ ਨਾ, ਉਹਨਾਂ ਨੇ ਪ੍ਰਚਾਰ ਕਰਨਾ ਤੇ ਉਹਨਾਂ ਨੇ ਇੱਕ ਗੱਲ ਗੁਰਸਿੱਖਾਂ ਨੂੰ ਬੇਨਤੀ ਕਰਨੀ, ਕਹਿਣਾ ਭਾਈ ਜੇ ਤੁਹਾਡੇ ਮਨ ਵਿੱਚ ਹੈ ਨਾ ਵੀ ਸਾਡਾ ਕੋਈ ਨੁਕਸਾਨ ਹੋਊਗਾ, ਭਗਤ ਕਬੀਰ ਜੀ ਵੀ ਫਰਮਾ ਰਹੇ ਨਾ, ਦੇਖ ਸਮਝ ਮੂਰਖ ਕਾ ਵਾਰ। ਕਹਿੰਦੇ ਦੇਖ, ਪਹਿਲਾਂ ਦੇਖ ਵੀ ਜਿਹੜੇ ਪਾਸੇ ਮੈਂ ਜਾ ਰਿਹਾ ਉਹਨੂੰ ਫਿਰ ਸਮਝ ਵੀ ਸਮਝੋ ਅਸੀਂ ਸਿੱਖ ਬਣ ਗਏ, ਅਸੀਂ ਅੰਮ੍ਰਿਤ ਛਕ ਲਿਆ, ਅਸੀਂ ਨਿਤਨੇਮੀ ਬਣ ਗਏ, 5 ਬਾਣੀਆਂ ਦਾ ਪਾਠ ਕਰਨ ਲੱਗ ਪਏ ਰੋਜ਼ਾਨਾ, ਸ਼ਾਮ ਨੂੰ ਰਹਿ ਰਾਸ ਕੀਰਤਨ ਸੋਹਲੇ ਦਾ ਜਾਪ ਲੱਗੇ ਕਰਨ, ਸਹਿਜ ਪਾਠ ਕਰਨ ਲੱਗ ਪਏ, ਗੁਰੂ ਘਰ ਆ ਕੇ ਸੇਵਾ ਕਰਨ ਲੱਗ ਪਏ। ਕਹਿੰਦੇ ਸਮਝੋ, ਦੇਖੋ, ਵਿਚਾਰੋ, ਇਹਦੇ ਨਾਲ ਤੁਹਾਨੂੰ ਕੋਈ ਘਾਟਾ ਪਿਆ? ਸਭ ਤੋਂ ਪਹਿਲਾਂ ਸਰੀਰ ਕਰਕੇ ਮਹਾਂਪੁਰਖ ਕਿਹਾ ਕਰਦੇ ਕਿ ਸਰੀਰ ਕਰਕੇ ਦੇਖੋ, ਪਹਿਲਾਂ ਤੁਹਾਡੇ ਸਰੀਰ ਨੂੰ ਤਾਂ ਨਹੀਂ ਘਾਟਾ ਪਿਆ ਕੋਈ? ਜਿਹੜੇ ਨਸ਼ੇ ਵਰਦਾ ਸੀ ਉਹ ਛੱਡ ਦਿੱਤੇ, ਜਿਹੜੀਆਂ ਸ਼ਰਾਬਾਂ ਪੀਂਦਾ ਸੀ, ਕੁਰੀਤੀਆਂ ਕਰਦਾ ਸੀ, ਉਹ ਛੱਡ ਦਿੱਤੀਆਂ, ਤੇ ਤੇਰਾ ਸਰੀਰ ਤੇ 9/9 ਰਹੇਗਾ, ਤੰਦਰੁਸਤ ਰਹੇਗਾ। ਘਾਟਾ ਪਿਆ ਕਿ ਤੈਨੂੰ ਲਾਭ ਹੋਇਆ? ਉਸ ਤੋਂ ਬਾਅਦ ਕਹਿੰਦੇ ਤੂੰ ਆ ਜਾ ਪਰਿਵਾਰ ਵਿੱਚ ਆਪਣੇ 'ਚ, ਤੂੰ ਪਰਿਵਾਰਕ ਤੌਰ ਤੇ ਸੋਚ ਵੀ ਤੈਨੂੰ ਗੁਰਸਿੱਖੀ ਧਾਰਨ ਕਰਨ ਦਾ ਕੋਈ ਨੁਕਸਾਨ ਹੋਇਆ? ਨਹੀਂ। ਤੈਨੂੰ ਦੇਖ ਕੇ ਤੇਰੇ ਪੁੱਤਰ ਧੀਆਂ ਵੀ ਗੁਰਸਿੱਖੀ ਵਿੱਚ ਆ ਗਏ ਤੇ ਫਿਰ ਤੇਰਾ ਘਰ ਸਾਰਾ ਹੀ ਕਲਾ ਕਲੇਸ਼ ਤੋਂ ਬਚ ਗਿਆ। ਜਿਹੜੇ ਰੋਜ਼ ਹੀ ਤੇਰੇ ਘਰ ਦੇ ਵਿੱਚ ਆਪਸੀ ਪਰਿਵਾਰ ਦਾ ਯੁੱਧ ਮਚਿਆ ਰਹਿੰਦਾ ਸੀ, ਉਹਦੇ ਤੋਂ ਬਚ ਗਿਆ। ਤੂੰ ਭਾਈ ਘਰੇ ਸ਼ਾਂਤੀ ਵਰਤ ਗਈ, ਤੇਰੇ ਪਰਿਵਾਰ ਦਾ ਲਾਭ ਹੋਇਆ। ਤੇ ਫਿਰ ਭਾਈਚਾਰੇ 'ਚ ਆ ਜਾ, ਤੂੰ ਜਾਏਗਾ ਦੁਕਾਨ ਤੇ, ਤੂੰ ਜਾਏਗਾ ਬਾਜ਼ਾਰ ਵਿੱਚ, ਤੂੰ ਲੋਕਾਚਾਰੀ ਜਾਏਗਾ ਤੇ ਲੋਕ ਤੈਨੂੰ ਨਿਮਰਤਾ ਦੇ ਨਾਲ ਨਮਸਕਾਰ ਕਰਨਗੇ ਵੀ ਇਹ ਬੰਦਾ ਤੇ ਭਾਈ ਸੱਚ ਬੋਲਦਾ ਹੈ, ਇਹ ਤੇ ਗੁਰੂ ਕਾ ਸਿੱਖ ਹੈ, ਨਿਤਨੇਮੀ ਹੈ, ਬਾਣੀ ਪੜ੍ਹਦਾ ਹੈ, ਸ਼ਰਾਬ ਤੋਂ ਨਸ਼ਿਆਂ ਤੋਂ ਦੂਰ ਰਹਿੰਦਾ ਹੈ, ਧੀਆਂ ਭੈਣਾਂ ਦੀ ਇੱਜ਼ਤ ਦਾ ਸਾਂਝੀਵਾਲ ਬੰਦਾ ਹੈ। ਇਹਦੇ ਤੇ ਯਕੀਨ ਕੀਤਾ ਜਾ ਸਕਦਾ, ਲੋਕ ਤੈਨੂੰ ਸਤਿਕਾਰ ਨਾਲ ਵੇਖਣਗੇ। ਤੇ ਫਿਰ ਤੂੰ ਆਰਥਿਕ ਤੌਰ ਤੇ ਦੇਖ ਲਾ, ਕਿਉਂਕਿ ਮਹਾਰਾਜ ਕਹਿੰਦੇ ਨਾ ਦੇਖ, ਸੋਚ, ਸਮਝ, ਵਿਚਾਰ, ਇਹਦੀ ਵਿਚਾਰ ਕਰ। ਆਰਥਿਕ ਤੌਰ ਤੇ ਤੇਰਾ ਕੋਈ ਨੁਕਸਾਨ ਹੋ ਗਿਆ ਵੀ ਮੈਂ ਖੰਡੇ ਬਾਟੇ ਦਾ ਅੰਮ੍ਰਿਤ ਛਕ ਲਿਆ, ਤੇਰੀ ਦੁਕਾਨਦਾਰੀ ਘਟ ਗਈ, ਤੈਨੂੰ ਕੋਈ ਦੁਕਾਨ ਚੋਂ ਘਾਟਾ ਪੈ ਗਿਆ, ਨਹੀਂ ਤੇਰਾ ਤੇ ਖਰਚ ਘਟਿਆ। ਜਿਹੜੀਆਂ ਸ਼ਰਾਬਾਂ ਪੀ ਪੀ ਕੇ ਤੂੰ ਲੋਕਾਂ ਦੇ ਨਾਲ ਝਗੜੇ ਕਰਦਾ ਸੀ, ਅਦਾਲਤਾਂ ਵਿੱਚ ਜਾ ਜਾ ਕੇ ਅਦਾਲਤਾਂ ਭੁਗਤਦਾ ਸੀ, ਵਕੀਲਾਂ ਤੇ ਪੈਸਾ ਖਰਚ ਹੁੰਦਾ ਸੀ, ਕੋਰਟਾਂ ਵਿੱਚ ਖਰਚਦਾ ਸੀ, ਇੱਕ ਦੂਜੇ ਤੇ ਸੱਟਾਂ ਮਾਰ ਕੇ ਖਾ ਕੇ ਹਸਪਤਾਲਾਂ 'ਚ ਜਾ ਜਾ ਕੇ ਤੂੰ ਆਪਣੇ ਇਲਾਜ ਕਰਾਉਂਦਾ ਸੀ, ਉਹ ਤੇ ਸਾਰਾ ਹੀ ਖਰਚਾ ਘਟ ਗਿਆ। ਤੈਨੂੰ ਤੇ ਆਰਥਿਕ ਤੌਰ ਤੇ ਵੀ ਲਾਭ ਹੋਇਆ ਤੇ ਫਿਰ ਤੇਰਾ ਸਮਾਜਿਕ ਤੌਰ ਤੇ ਵੀ ਲਾਭ ਹੋਇਆ। ਅਖੀਰ ਨੂੰ ਵੱਡਾ ਲਾਭ ਕੀ ਹੋਇਆ ਕਿ ਤੈਨੂੰ ਆਤਮਿਕ ਤੌਰ ਤੇ ਲਾਭ ਹੋਇਆ। ਤੂੰ ਇੱਕ ਕਾਰਨ ਸੰਸਾਰ ਵਿੱਚ ਆਇਆ ਸੀ ਤੇ ਨਹੀਂ ਤੇ ਫਰਕ ਕੀ ਸੀ ਭਾਈ? ਰਤਨ ਪਦਾਰਥ ਬਣ ਜਨੇ ਆਇਓ, ਕਾਲਰ ਲਾਦ ਚਲਾਇਓ। ਫਰਕ ਤਾਂ ਇਹ ਸੀਗਾ, ਅਸੀਂ ਤੇ ਰਤਨਾਂ ਦੇ ਵਪਾਰੀ ਸਾਂ, ਵਾਹਿਗੁਰੂ ਦੇ ਨਾਮ ਰਤਨ ਦੇ, ਤਾਂ ਪਰ ਅਸੀਂ ਤਾਂ ਵਿਸ਼ਿਆਂ ਦੇ ਵਿੱਚ ਆ ਕੇ ਕਲਰ ਹੀ ਆ ਕੇ ਬੀਜਣ ਲੱਗ ਪਏ ਤੇ ਕਲਰ ਦੇ ਵਿੱਚੋਂ ਹੀ ਖੇਤੀ ਲੱਭਣ ਲੱਗ ਪਏ, ਲਾਭ ਲੱਭਣ ਲੱਗ ਪਏ। ਕਿੱਥੋਂ ਮਿਲਣਾ ਸੀ? ਨਹੀਂ ਪ੍ਰਾਪਤ ਹੋਣਾ ਸੀ। ਇਸ ਵਾਸਤੇ ਭਗਤ ਕਬੀਰ ਜੀ ਕਹਿੰਦੇ ਨੇ ਕਿ ਮੈਂ ਤੇ ਡੰਕੇ ਦੀ ਚੋਟ ਤੇ ਤੁਹਾਨੂੰ ਇਹ ਗੱਲ ਕਹਿ ਰਿਹਾ ਕਿ ਇਸ ਗੱਲ ਨੂੰ ਦੇਖੋ, ਸਮਝੋ, ਤੇ ਸਮਝਣ ਤੋਂ ਬਾਅਦ ਵੀ ਕਹਿੰਦੇ ਮੂਰਖਤਾਈ ਵਿੱਚ ਨਾ ਰਹੋ, ਬੇਸਮਝੀ ਵਿੱਚ ਨਾ ਰਹੋ। ਤੇ ਕਹਿੰਦੇ ਇਹ ਗਵਾਰਤਾਈ ਇਹ ਹੈ
कि मन सारी गल जानदा है, समझ लिया, देख लिया कि चंगा रस्ता किहड़ा है। फिर कहते मन जानत सब बात जानती औगण करै, जान बुझ के फिर औगण करदा भी जानदा हैगा भी आह काम माड़ा है, पर कहते काहे की कुसलात, ये काहदी सियाणप है। हाथ दीप कूए पर है, कहते देखदा होया प्रकाश दे विच ही तू खूह दे विच डिग पवें, देंदिया होया देखदिया होया खूह च डिग पवें, कोई सियाणप नहीं है। इस वक्त भगत कबीर जी कहते हैं कि भाई समझ के देख के विचार करके जदों इन्नियां गल्लां नूं समझ लवेंगा तो फिर भी मूर्खताई दे नाल तू पत्थर ही पूजी जाएगा, परमात्मा का नाम सिमरन वाले पासे आएगा ही नहीं, फिर तेनों लाभ नहीं होना। सतगुरु जी ने ये कृपा की है जी। दूजा भाए बहुत घर गाले, कहते भाई द्वैत दे विच बहुत सारे घर भाव बहुत जूनियां बड़ियां जूनियां भगता लईआं, बड़े समय गतार ले, बड़ा समा सारा सवास बहुत घर गाले। कहते सारे घर भाव जिन्ने तेरे साल सी जिन्ना समा सी सारा ही खराब कर लिया। राम भगत है सदा सुखाले, पर कहते भाई जेडे प्रभु दे भगत ने वो तो जो नर दुख में दुख नहीं मानना है, सुख स्नेह और भय नहीं जाके कंचन माटी मानना है, वो तो सदा ही सुखाले ने भाई। इस लोक विच भी ते परलोक विच भी जिहड़े प्रभु दा नाम सिमरन करते ने वो राम भगत हैं। जिहड़े पत्थर पूजक ने वो भाई अपना समा गाल के चले जाते ने, जिहड़े प्रभु भगती विच लगते ने वो भाई सदा ही इस लोक विच भी ते परलोक विच भी सुखी रहिंदे हन। सतगुरु जी ने ये कृपा की है, भुल्लां चुक्कां दी खिमा बख्शिश करनी जी। दूजा भाए बहुत घर गाले, राम भगत है सदा सुखाले। वाहिगुरु जी का खालसा, वाहिगुरु जी की फतेह।